ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਸੰਤੋ ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲਿਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰ ਰਹਿਮਤ ਦੇ ਸਾਈਂ, ਬਖਸ਼ਿਸ਼ਾਂ ਦੇ ਭੰਡਾਰ, ਦੀਨ ਦਿਆਲ ਸਤਿਗੁਰੂ ਸਰਵਰੇ ਕਾਇਨਾਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਵਰੋਸਾਏ ਮੁਕੱਦਸ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਸਾਹਿਬ ਸਤਿਗੁਰੂ ਜੀ ਦੇ ਪਾਵਨ ਬਚਨਾਂ ਮੁਤਾਬਕ ਡਿਠੈ ਸਭੇ ਥਾਵ ਨਹੀਂ ਤੁਧ ਜਿਹਿਆ, ਐਸੇ ਮੁਕੱਦਸ ਪਵਿੱਤਰ ਪਾਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਵਿਖੇ ਨਾਮਦਾਨ ਇਸ਼ਨਾਨ ਦੇ ਲਾਹੇ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ, ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸ਼੍ਰੀ ਮੁੱਖ ਵਾਕ ਦੀ ਜੋ ਬਖਸ਼ਿਸ਼ ਕੀਤੀ ਹੈ, ਮੂਲ ਰੂਪ ਅੰਦਰ ਆਪਾਂ ਨੇ ਫਿਰ ਪਾਠ ਨੂੰ ਸਰਵਣ ਕੀਤਾ ਹੈ। ਕਿਰਪਾਲਤਾ ਕਰੋ, ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰ ਰਹਿਮਤ ਬਖਸ਼ਿਸ਼ ਕਰਕੇ ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਵਿਚਾਰ ਦੀ ਸੇਵਾ ਲੈਣ, ਪਾਵਨ ਸ਼੍ਰੀ ਮੁੱਖ ਵਾਕ ਜੀ ਦੀ ਵਿਚਾਰ ਨਾਲ ਜੁੜ ਸਕੀਏ। ਫਿਰ ਕਰੋ ਕਿਰਪਾਲਤਾ, ਭਾਵਨਾ, ਪਿਆਰ, ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤੋ ਮਨ ਪਵਨੈ ਸੁਖ ਬਨਿਆ। ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੌਜੂਦਾ ਸਰੂਪ ਦਮਦਮੀ ਸਰੂਪ ਉੱਪਰ 656 ਅੰਗ ਤੇ ਸ਼ਸ਼ੋਭਤ ਹੈ। ਦਮਦਮੀ ਸਰੂਪ ਦੇ ਅੰਦਰ ਇਸ ਰਾਗ ਦੇ ਜਿਹੜੇ ਅੰਗ ਨੇ ਉਹ 65 ਬਣਦੇ ਨੇ। 595 ਅੰਗ ਤੋਂ ਇਹ ਪਾਵਨ ਨਾਵਾਂ ਰਾਗ ਸੋਠ ਸ਼ੁਰੂ ਹੁੰਦਾ ਹੈ ਅਤੇ 659 ਤੱਕ ਇਸ ਪਾਵਨ ਰਾਗ ਦੀ ਸਮਾਪਤੀ ਹੁੰਦੀ ਹੈ। ਸੋਠ ਰਾਗ ਹੈ ਜਿਹੜਾ
ਇਹ ਗੁਰਮਤਿ ਸੰਗੀਤ ਦਾ ਮਹਾਨ ਪਰੰਪਰਾ ਦਾ ਮਹਾਨ ਮਿਠਾਸ ਵਾਲਾ ਰਸ ਭਰਿਆ ਰਾਗ ਹੈ। ਇਹਦੀ ਮੋਹਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਲਾਈ ਹੈ। ਆਪਾਂ ਕਿਸੇ ਬੰਦੇ ਦੀ ਗੱਲ ਨਹੀਂ ਅਜੇ ਕਰ ਰਹੇ। ਸਾਹਿਬ ਜੀ ਨੇ ਕਿਹਾ ਸੋਰਠ ਸੋ ਰਸ ਪੀਜੀਐ ਕਬੂ ਨਾ ਫੀਕਾ ਹੋਏ। ਇਹ ਇੱਕ ਐਸਾ ਰਾਗ ਹੈ। ਵੈਸੇ ਤਾਂ ਜਿਤਨੇ ਵੀ ਸਮਗਰ ਰਾਗ ਗੁਰੂ ਗ੍ਰੰਥ ਸਾਹਿਬ ਅੰਦਰ ਨੇ ਨਾ, ਭਾਵੇਂ ਉਹ ਮੁੱਖ ਰਾਗ 'ਚ ਹੋਣ, ਭਾਵੇਂ ਉਹ ਛਾਇਆ ਰਾਗ ਹੋਣ, ਜਿਵੇਂ ਦੋ ਮਿਕਸ ਹੋ ਕੇ ਬਣਦੇ ਨੇ, ਕੋਈ ਐਸਾ ਰਾਗ ਨਹੀਂ ਜਿਸ ਰਾਗ ਦੀ ਵੀ ਆਪਣਾ ਕੋਈ ਪ੍ਰਭਾਵ ਜਾਂ ਕੋਈ ਆਪਣੀ ਦੁਨੀਆ ਨਾ ਹੋਵੇ। ਉਹ ਵੱਖਰੀ ਗੱਲ ਹੈ। ਫਿਰ ਤੁਹਾਡੇ ਚਰਨਾਂ 'ਚ ਬੇਨਤੀ ਹੈ, ਬੜੇ ਧਿਆਨ ਨਾਲ ਸੁਣਨਾ। ਵੇਖੋ, ਸ਼ਬਦ ਤੋਂ ਪਹਿਲਾਂ, ਫਿਰ ਬੇਨਤੀ ਸਮਝਿਓ, ਸ਼ਬਦ ਤੋਂ ਪਹਿਲਾਂ, ਗੁਰਬਾਣੀ ਤੋਂ ਪਹਿਲਾਂ ਰਾਗ ਅੰਕਿਤ ਹੈ। ਇਹਦਾ ਕੋਈ ਮਤਲਬ ਹੈ? ਬੇਮਤਬਲਾ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਕੋਈ ਕੰਨਾ ਜਾਂ ਔਂਕੜ ਵੀ ਨਹੀਂ, ਕਿਉਂਕਿ ਗੁਰਬਾਣੀ ਦੇ ਅਸੀਂ ਸ਼ਬਦ ਪੜ੍ਹਨੇ, ਬਾਣੀ ਗੁਰੂ ਹੈ। ਤੇ ਗੁਰੂ ਸਾਹਿਬ ਜੀਆਂ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਰੋਮ, ਇੱਕ ਇੱਕ ਅੰਗ ਬੜਾ ਮਹੱਤਵ ਰੱਖਦਾ ਹੈ, ਬੜਾ ਪ੍ਰਭਾਵ ਰੱਖਦਾ ਹੈ। ਤੇ ਰਾਗ ਦੇ ਤਾਂ ਅਰਥ ਹੀ ਨੇ ਪ੍ਰੇਮ, ਤੇ ਅੱਗੇ ਹੈ ਬਾਣੀ, ਨਾਮ। ਜਦੋਂ ਪ੍ਰੇਮ ਤੇ ਬਾਣੀ ਨੂੰ ਜੋੜ ਲਾਓਗੇ ਨਾ, ਤੇ ਫਿਰ ਕਲਗੀ ਵਾਲੇ ਦੇ ਬਚਨ ਸੱਤ ਹੋ ਜਾਣਗੇ। ਜਿਨ ਸਾਹਿਬ ਜੀ ਦੇ ਬੋਲ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਭ ਨੂੰ ਕਿਹਾ ਨਾ ਵੀ ਸਾਰੇ ਸੁਣੋ, ਇਹ ਸੱਚਾਈ ਹੈ। ਇਸ ਲਈ ਰਾਗ ਲਈ ਇੰਨੀ ਕੁ ਬੇਨਤੀ ਹੈ, ਇਸ ਗੱਲ ਵੱਲ ਵੀ ਪੰਥ ਮੁੜੇ, ਇਸ ਗੱਲ ਵੱਲ ਵੀ ਅਸੀਂ ਖਿਆਲ ਕਰੀਏ ਕਿ ਰੱਬੀ ਬਾਣੀ ਨੂੰ ਗਾਇਨ ਕਰਦੇ ਆ। ਵੇਖੋ, ਸਿਆਣਿਆਂ ਦੀ ਕਹਾਵਤ ਹੈ, ਕਿਉਂਕਿ ਅੱਜ ਪਾਵਨ ਸ਼੍ਰੀ ਮੁਖ ਵਾਕ ਤੇ ਅੱਗੇ ਗੁਰੂ ਸਾਹਿਬ ਮੇਰ ਰਹਿਮਤ ਕਰਨ ਸੇਵਾ ਲੈ ਲੈਣ, ਲੜੀਵਾਰ ਸ਼ਬਦ ਦੋਵਾਂ ਦੇ ਅੰਦਰ ਅਸੀਂ ਵੇਖਾਂਗੇ ਬੜੀ ਵਿਸਮਾਦ ਵੀ ਬੋਲ। ਤੇ ਪਾਵਨ ਸ਼੍ਰੀ ਮੁਖ ਵਾਕ ਅੰਦਰ ਹੈ ਮਨ ਦਾ ਜ਼ਿਕਰ। ਮਨੋਵਿਗਿਆਨ ਕਹਿੰਦਾ ਹੈ, ਜਦੋਂ ਸਾਡੀ ਕਹਾਵਤ ਬਣੀ ਨਾ ਕਿ ਵੇਲੇ ਦਾ ਰਾਗ ਤੇ ਇੱਕ ਵੇਲੇ ਦੀਆਂ ਟੱਕਰਾਂ, ਕਈ ਵੈਸੇ ਬਾਅਦ ਵਿੱਚ ਸੰਗਤ ਹੁਕਮ ਵੀ ਕਰਦੀ ਹੈ ਵੀ ਤੁਸੀਂ ਰਾਗ 'ਤੇ ਵੀ ਕੁਝ ਟਾਈਮ ਲਾਉਂਦੇ ਹੋ ਜੀ, ਸ਼ਬਦ 'ਤੇ ਨਹੀਂ। ਇਹ ਵੀ ਜ਼ਰੂਰੀ ਹੈ ਗੁਰਮੁਖੋ। ਜਿਸ ਰਾਗ ਅੰਦਰ ਸਾਹਿਬ ਦਰਜ ਕਰਕੇ ਦੇ ਕੇ ਗਏ, ਉਹਨੂੰ ਵੀ ਥੋੜ੍ਹਾ ਉਹਦਾ ਪ੍ਰਭਾਵ ਅਸੀਂ ਕਬੂਲੀਏ। ਇਸ ਲਈ ਰਾਗਾਂ ਦੀ ਦੁਨੀਆ 'ਚ ਵੀ ਜਿਉਣਾ ਸਿੱਖੋ। ਜਦੋਂ ਰਾਗ ਦੇ ਨਾਲ ਸ਼ਬਦ ਗਾਇਨ ਕਰਾਂਗੇ, ਚਲੋ ਇਤਿਹਾਸ ਦਾ ਇੱਕ ਪ੍ਰਮਾਣ ਦੇ ਕੇ ਸ਼ਬਦ ਨੂੰ ਆਰੰਭੀਏ। ਧੰਨ ਬਾਬਾ ਮਰਦਾਨਾ ਜੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹਿਣਾ ਇਤਿਹਾਸ ਅੰਦਰ। ਹਾਲਾਂਕਿ ਜਦੋਂ ਪੜ੍ਹੋਗੇ, ਇੱਥੋਂ ਤੱਕ ਕਿਹਾ ਪ੍ਰਿੰਸੀਪਲ ਗੰਗਾ ਸਿੰਘ ਵਰਗਿਆਂ ਨੇ ਵੀ ਗਾਉਣਾ ਨਹੀਂ ਆਉਂਦਾ, ਗਾਉਣਾ ਸਿਖਾਇਆ। ਕੀ ਗਾਉਣਾ ਸਿਖਾਇਆ? ਦੁਨੀਆ ਦੀ ਰਬਾਬ ਜਾਣਦੇ ਨੇ, ਦੁਨੀਆ ਦੇ ਰਾਗ ਜਾਣਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮਰਦਾਨਿਆਂ ਤੇਰੇ ਕੋਲ ਰਾਗ ਹੈ, ਸਾਡੇ ਕੋਲ ਸ਼ਬਦ ਹੈ, ਦੋਵਾਂ ਨੂੰ ਮਿਲਾ ਕੇ ਗਾਵਾਂਗੇ, ਤੇਰਾ ਤੇ ਸੰਸਾਰ ਦਾ ਦੋਹੀਂ ਜਾਨੀ ਭਲਾ ਹੋਵੇਗਾ। ਇਸ ਲਈ ਰਾਗ ਸੋਰਠ ਤੇ ਪਾਵਨ ਸ਼੍ਰੀ ਮੁਖ ਵਾਕ ਧੰਨ ਬਾਬਾ ਕਬੀਰ ਸਾਹਿਬ ਜੀ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਬਹੁਤ ਧਿਆਨ ਨਾਲ ਆਪਾਂ ਵਿਚਾਰ ਨੂੰ ਆਰੰਭਣਾ ਤੇ ਬੜੇ ਹੀ ਗੰਭੀਰਤਾ ਨਾਲ ਸੁਚੇਤ ਹੋ ਕੇ ਸੁਣਿਓ। ਧਰਮ ਦੀ ਦੁਨੀਆ ਅੰਦਰ ਸਾਰਾ ਸੰਬੰਧ ਹੀ ਮੰਨਦਾ ਹੈ। ਬਾਬਾ ਕਬੀਰ ਸਾਹਿਬ ਦਾ ਇਹ ਪ੍ਰਮਾਣ ਪੜ੍ਹੀਏ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਵਰਗਾ ਦੂਜਾ ਕੋਈ ਨਹੀਂ। ਅਗਲੀ ਗੱਲ, ਜਦੋਂ ਮਨ ਦੀ ਗੱਲ ਆਉਂਦੀ ਹੈ, ਮਨ ਨੇ ਯਾਤਰਾ ਕਰਨੀ। ਦੂਜਾ ਪੁਆਇੰਟ ਇਹ ਹੈ, ਇਹ ਮਨ ਦੀ ਸਾਧਨਾ ਕਰਨ ਲਈ ਵੱਡੇ ਵੱਡੇ ਬੰਦਿਆਂ ਨੇ ਰਾਜ ਭਾਗ ਤਿਆਗ ਦਿੱਤੇ। ਸਿਧਾਰਥ ਤੋਂ ਮਹਾਤਮਾ ਬੁੱਧ ਹੋ ਗਿਆ। ਮਨ ਦੀ ਸਮਝ ਆ ਜਾਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਕਹਿੰਦੇ ਬੜਿਆਂ ਨੇ ਯਤਨ ਕੀਤਾ ਹੈ ਪਰ ਮਨ ਨਹੀਂ ਦੱਸਿਆ ਕਿਸੇ ਨੂੰ। ਤੁਸੀਂ ਪ੍ਰਮਾਣ ਪੜ੍ਹੋ। ਸਨਕਾਦਿਕ ਤੇ ਕਹਿਣ ਲੱਗੇ ਸਨਕ ਆਦਿਕ ਭਾਵੇਂ ਬ੍ਰਹਮਾ ਦੇ ਚਾਰੇ ਪੁੱਤਰਾਂ ਨੂੰ ਕਿਹਾ। ਉਹਨਾਂ ਨੇ ਵੀ ਇਹ ਤੋਂ ਬਾਅਦ ਫਿਰ ਮੁਨ ਜਨ ਸੇਖਾ, ਵੱਡੇ ਵੱਡੇ ਸ਼ੇਖ, ਵੱਡੇ ਵੱਡੇ ਮੁਨੀ, ਵੱਡੇ ਵੱਡੇ ਰਿਸ਼ੀ ਜਨ ਸਾਹਿਬ ਜੀ ਦੇ ਬਚਨ ਨੇ, ਤਿੰਨ ਭੀ ਤਨ ਮੈਂ ਮਨ ਨਹੀਂ ਪੇਖਾ। ਕਹਿੰਦੇ ਉਹ ਵੀ ਯਤਨ ਕਰਕੇ ਥੱਕ ਗਏ, ਨੀਤੀਆਂ ਧੋਤੀਆਂ ਵੀ ਕੀਤੀਆਂ, ਭੁੱਖੇ ਵੀ ਰਹਿ ਕੇ ਵੇਖਿਆ। ਕਹਿੰਦੇ ਉਹਨਾਂ ਨੂੰ ਵੀ ਇਸ ਸਰੀਰ ਵਿੱਚ ਮਨ ਨਹੀਂ ਦਿਸਿਆ। ਤੇ ਫਿਰ ਅਗਲੀਆਂ ਪੰਕਤੀਆਂ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟਾ ਹੈ। ਇਸ ਸ਼ਬਦ ਇਹ ਬੋਲਨੇ, ਤਨ ਛੂਟਾ ਹੈ, ਮਨ ਕਹਾਂ ਸਮਾਈ। ਕਦੇ ਸੋਚਿਆ ਆਪਾਂ? ਅੱਜ ਵੇਖੋ 5 ਪਰਤਾਂ ਤੇ ਤਨ ਦੇ ਅੰਦਰ ਨੇ। ਅੱਜ ਅਸੀਂ ਕੇਵਲ ਸਰੀਰ ਨੂੰ ਵੀ ਪੂਰਾ ਨਹੀਂ ਸਮਝਦੇ।
ਉਦੋਂ ਮੈਨੂੰ ਪਤਾ ਲੱਗਦਾ ਮੇਰੇ ਕੰਨ ਨੇ ਜਿੱਦੇ ਦੁਖਦੇ ਨੇ, ਉਦੋਂ ਪਤਾ ਲੱਗਦਾ ਮੇਰੇ ਹੱਥ ਜਾਂ ਪੈਰ ਨੇ ਜਿੱਦੇ ਇਹਨਾਂ ਤੇ ਪੀੜ ਹੁੰਦੀ, ਨਹੀਂ ਤੇ ਬੰਦਾ ਤੇ ਆਪਣੇ ਤਨ ਨੂੰ ਭੁੱਲੀ ਬੈਠਾ। ਤੇ ਸਤਿਗੁਰੂ ਕਹਿੰਦੇ ਤਨ ਤੋਂ ਅੱਗੇ ਹੈ ਮਨ, ਤੇ ਮਨ ਤੋਂ ਫਿਰ ਡੀਪਲੀ ਗੰਭੀਰਤਾ ਨਾਲ ਵੇਖਿਓ ਆਤਮਾ ਹੈ ਜੋ ਪਰਮਾਤਮਾ ਦੀ ਜੋਤ ਹੈ। ਇਸ ਲਈ ਸਾਹਿਬ ਨੇ ਕਿਹਾ ਵੱਡਿਆਂ ਵੱਡਿਆਂ ਨੇ ਇਹਨੂੰ ਵੇਖਿਆ ਨਹੀਂ, ਤੇ ਉਦਾਹਰਣ ਦਿੱਤੀ ਹੈ ਤਨ ਛੁੱਟੈ ਮਨ ਕਹਾਂ ਸਮਾਈ। ਜਦੋਂ ਤਨ ਛੱਡ ਦਿੰਦਾ ਮਨ ਉਹ ਕਿੱਥੇ ਚਲਾ ਜਾਂਦਾ ਹੈ। ਇਸ ਲਈ ਸਾਹਿਬ ਨੇ ਬਚਨ ਕਹਿਣ ਲੱਗੇ ਇਹਦੇ ਤੇ ਕੰਮ ਕਰ। ਫਿਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਪਿਆਰ ਸਾਹਿਬ, ਵੇਖੋ ਬਾਕੀ ਸਭ ਕੁਝ ਤੁਹਾਨੂੰ ਸਾਇੰਸ ਕਰਕੇ ਦੇ ਦੇਵੇਗੀ। ਅੱਜ ਮੈਂ ਆਰੰਭਕ ਪੰਕਤੀਆਂ ਤੇ ਥੋੜਾ ਰੁਕਣਾ, ਮਾਫੀ ਚਾਹਣਾ। ਬਾਕੀ ਸਭ ਕੁਝ ਜਿੰਨਾ ਵੀ ਦੁਨੀਆ ਦਾ ਗਿਆਨ ਹੈ ਤੁਹਾਨੂੰ ਸਾਇੰਸ ਜਾਂ ਦੁਨਿਆਵੀ ਵਿੱਦਿਆ 'ਚੋਂ ਲੱਭ ਜਾਏਗਾ, ਪਰ ਸਾਧ ਸੰਗਤ ਜੀ ਉਨੀ ਦੇਰ ਤੱਕ ਸਦੀਵੀ ਸੁੱਖ ਨਹੀਂ ਲੱਭੇਗਾ ਜਿੰਨੀ ਦੇਰ ਤੱਕ ਇਹ ਮਨ ਟਿਕਦਾ ਨਹੀਂ। ਬਸ ਅੱਜ ਦੇ ਸ਼ਬਦ ਦਾ ਸਾਰਾ ਹੀ ਜਿਹੜਾ ਆਪਾਂ ਨਿਚੋੜ ਕਹਿ ਲਓ, ਸਾਰਾ ਹੀ ਜਿਹੜਾ ਰਸ ਕਹਿ ਲਓ, ਕੇਂਦਰੀ ਭਾਵ ਕਹਿ ਲਓ, ਇਸੇ ਗੱਲ ਤੇ ਖੜਾ ਹੈ। ਸਾਹਿਬ ਕਹਿੰਦੇ ਮਨ ਦਾ ਟਿਕਾ ਸੁੱਖ ਹੈ। ਸੁਖਮਨੀ ਸਾਹਿਬ ਜੀ ਦਾ ਪ੍ਰਮਾਣ ਲੈ ਲਓ, 24 ਸ਼ਲੋਕ ਤੇ ਅਸ਼ਟਪਦੀਆਂ ਆਪਾਂ ਪੜ੍ਹਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਅਖੀਰਲਾ ਸੁੱਖ ਕਿਹੜਾ ਹੁੰਦਾ? ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ, ਪਰਮਾਤਮਾ ਦੇ ਨਾਮ ਵਿੱਚ ਸੁੱਖ ਹੈ। ਤੇ ਆਪਾਂ ਕਹਾਂਗੇ ਮੇਰੇ ਵਰਗੇ ਆਪ ਖੁਦ ਕਹਿੰਦੇ ਨੇ ਬੋਲਣ ਵਾਲੇ ਵੀ ਮੈਂ ਜੀ ਵਾਹਿਗੁਰੂ ਵਾਹਿਗੁਰੂ ਕਰਦਾ, ਮੇਰਾ ਮਨ ਤੇ ਸੁਖੀ ਨਹੀਂ ਹੋਇਆ। ਕਿਉਂ ਸੁਖੀ ਨਹੀਂ ਹੋਇਆ? ਭਲਾ ਸੁੱਖ ਦੇਣਾ ਰੱਬ ਦੇ ਨਾਮ ਨੇ, ਅੰਮ੍ਰਿਤ ਪ੍ਰਭ ਨਾਮ। ਨਾਮ ਬਾਣੀ ਸੁੱਖਾਂ ਦਾ ਖਜ਼ਾਨਾ ਹੈ, ਸੇਵਾ ਸਿਮਰਨ ਸੁੱਖਾਂ ਦਾ ਖਜ਼ਾਨਾ ਹੈ। ਤੁਸੀਂ ਕਹੋਗੇ ਆਪਣੇ 'ਚੋਂ ਬਹੁਤੇ ਐਸੇ ਹੋਣਗੇ ਸੁਣਨ ਵਾਲੇ ਸਾਧ ਸੰਗਤ ਜੀ ਜਿਨ੍ਹਾਂ ਨੇ ਸੇਵਾ ਕਰਦਿਆਂ ਵੀ ਮਾਣਿਆ ਨਹੀਂ, ਗੁਸਤਾਖੀ ਮਾਫ, ਜਿਨ੍ਹਾਂ ਨੇ ਬਾਣੀ ਪੜ੍ਹਦਿਆਂ ਵੀ ਮਾਣਿਆ ਨਹੀਂ। ਉਹਦਾ ਕਾਰਨ ਪਤਾ ਕੀ ਹੈ? ਉਹਦਾ ਕਾਰਨ ਹੈ ਮਨ ਨਹੀਂ ਟਿਕਿਆ। ਜਿਸ ਦਿਨ ਮਨ ਟਿਕੇਗਾ, ਹੁਣ ਵੇਖੋ ਆਪਾਂ ਕਿਸੇ ਦੁਕਾਨ ਤੇ ਜਾਈਏ, ਕਿਸੇ ਮੌਲ ਤੇ ਜਾਈਏ, ਉੱਥੇ ਸਾਰੀਆਂ ਵਸਤੂਆਂ ਅਵੇਲੇਬਲ ਹੋਣ, ਉਪਲਬਧ ਹੋਣ, ਮੌਜੂਦ ਹੋਣ, ਪਰ ਮਿਲੇਗੀ ਤਾਂ ਉਹਨੂੰ ਜਿਹੜਾ ਉੱਥੇ ਹੋਏਗਾ ਨਾ, ਅਣਹੋਂਦ ਵਾਲੇ ਨੂੰ ਤੇ ਨਹੀਂ ਨਾ ਮਿਲਦੀ। ਅੰਦਰ ਪ੍ਰਮਾਤਮਾ ਦੇ ਨਾਮ ਦੇ ਭੰਡਾਰ ਨੇ, ਅੰਤਰ ਕੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਆ ਪਨਹਾਰੀ। ਪਰ ਯਾਦ ਰੱਖਿਓ ਛਕੇਗਾ ਉਹ ਜਿਹਦਾ ਮਨ ਹਾਜ਼ਰ ਹੈ। ਇਸ ਲਈ ਸਾਹਿਬ ਨੇ ਕਿਰਪਾ ਕੀਤੀ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਮਿਲਦਾ ਕਿਹਨਾਂ ਨੂੰ ਹੈ? ਭਗਤ ਜਨਾਂ ਕੈ ਮਨ ਬਿਸਰਾਮ, ਮਨ ਦਾ ਟਿਕ ਜਾਣਾ। ਇੱਥੋਂ ਬਾਬਾ ਕਬੀਰ ਸਾਹਿਬ ਜੀ ਅੱਜ ਕਿਰਪਾ ਕਰਕੇ ਇਸ ਮੁਕੱਦਸ ਪਾਵਨ ਸ਼ਬਦ ਦੀ ਰਮਤਾ ਕਰਦੇ ਨੇ, ਸੰਤੋ ਮਨ ਭਵਨੈ ਸੁਖ ਬਣਿਆ। ਵੇਖੋ ਇੱਕ ਵਿਦਵਾਨ ਨੂੰ ਛੱਡ ਕੇ ਨਾ, ਚਲੋ ਤੁਹਾਨੂੰ ਸੌਖਾ ਕਰਦੇ ਹਾਂ ਸਮਝ ਆ ਜਾਏ, ਫਰੀਦਕੋਟੀਏ ਸਟੀਕ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਅਰਥ ਜਿਹੜੇ ਕੀਤੇ ਨੇ ਪ੍ਰਕਰਨ ਮੁਤਾਬਕ ਬਣਦੇ ਨੇ, ਸਾਰੇ ਅਰਥ ਠੀਕ ਨੇ। ਉਹਨਾਂ ਅਰਥ ਕੀਤੇ ਨੇ ਕਿ ਮਨ ਪਾਵਨ ਹੈ ਸੁਖ ਬਣਿਆ। ਸੰਤੋ ਹੀ ਸਾਧ ਸੰਗਤ ਜੀ, ਗੁਰਮੁਖ ਜਨੋ, ਸੰਤ ਜਨੋ, ਮਨ ਦੇ ਵਿੱਚ ਜਦੋਂ ਸਵਾਸਾਂ ਕਰਕੇ ਸਿਮਰਨ ਹੁੰਦਾ ਨਾ, ਉਦੋਂ ਇਹ ਸੁਖੀ ਹੁੰਦਾ ਹੈ। ਇਹ ਅਰਥ ਨੇ ਫਰੀਦਕੋਟੀਆਂ। ਅਜੇ ਕੇਵਲ ਸ਼ਬਦੀ ਅਰਥਾਂ ਦਾ ਜ਼ਿਕਰ ਕਰ ਰਹੇ ਹਾਂ ਆਪ ਜੀ ਦੇ ਸਮਕਸ਼। ਅਗਲੀ ਬੇਨਤੀ, ਮਨ ਪਵਨ ਹੈ ਸੁਖ ਬਣਿਆ। ਮਨ ਚੰਚਲ ਹੈ। ਚੰਚਲ ਦੇ ਅਰਥ ਤੁਸੀਂ ਵਿਦਵਾਨਾਂ ਤੋਂ ਸੁਣਦੇ ਹੋ, ਰੋਜ਼ ਦੇ ਸਰੋਤੇ। ਚੱਲ ਪਲੱਸ ਚੱਲ ਤੋਂ ਸ਼ਬਦ ਬਣਿਆ ਚੰਚਲ। ਜਿਹੜਾ ਟਿਕੇ ਇਹਨਾਂ ਨੂੰ ਕਹਿੰਦੇ ਨੇ ਚੰਚਲ, ਜਿਹੜਾ ਚੱਲਦਾ ਹੀ ਰਹਿੰਦਾ। ਤੇ ਸਤਿਗੁਰੂ ਕਹਿੰਦੇ ਇਹ ਰਾਤ ਨੂੰ ਵੀ ਭਲਾ ਨਹੀਂ ਸੌਂਦਾ, ਇਹ ਨਹੀਂ ਆਰਾਮ ਕਰਦਾ। ਮਨ ਦਾ ਟਿਕਣਾ ਹੀ ਸੁੱਖ ਹੈ। ਮਨ ਪਵਨ ਸੁੱਖ ਬਣਿਆ। ਇਹ ਇੰਨੀ ਤੇਜ਼ ਦੌੜਦਾ, ਚਲੋ ਸਾਰੇ ਪ੍ਰਮਾਣ ਲੈ ਲਓ। ਪ੍ਰਕਾਸ਼ ਦੀ ਗਤੀ, ਬਿਜਲੀ ਦੀ ਗਤੀ ਵੇਖੋ, ਕੋਈ 1,96,000 ਪ੍ਰਤੀ ਮੀਲ ਸੈਂਕੜ, ਪ੍ਰਤੀ ਸੈਂਕੜ ਮੀਲ ਇੰਨੀ ਤੇਜ਼। ਫਿਰ ਆਪਾਂ ਲਾਈਟ ਨੂੰ ਵੇਨੇ, ਪ੍ਰਕਾਸ਼ ਲਗਭਗ 2,96,000, ਲਗਭਗ 3 ਲੱਖ ਮੀਲ ਪ੍ਰਤੀ ਸੈਂਕੜ ਦੌੜਦਾ ਹੈ। ਤੇ ਮਨ ਦੇ ਜਿਹੜੇ ਖੋਜੀ ਨੇ ਨਾ, ਮਨੋਵਿਗਿਆਨ ਨੇ ਦੱਸਿਆ, ਮਨੋਵਿਗਿਆਨ ਕਹਿੰਦਾ ਜਿਹੜਾ ਮਨ ਹੈ ਨਾ, ਇਹ 23 ਲੱਖ ਪ੍ਰਤੀ ਮੀਲ ਸੈਂਕੜ ਦੀ ਦਰ ਨਾਲ ਦੌੜਦਾ। ਤੁਸੀਂ ਆਏ ਸਮਝ ਲਓ ਵੀ ਧਰਤੀ ਦੇ ਪਤਾ ਨਹੀਂ ਕਿੰਨੇ ਗੇੜੇ 1 ਮਿੰਟ ਸੈਕਿੰਡ ਵਿੱਚ ਲਾਉਂਦਾ ਹੈ, 23 ਲੱਖ ਪ੍ਰਤੀ ਮੀਲ ਲਗਭਗ। ਪਰ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਸੱਚੇ ਪਾਤਸ਼ਾਹ ਕਹਿੰਦੇ ਇਹ ਗਿਣਤੀ ਗਲਤ ਹੈ। ਅਸੀਂ ਕਿਹਾ ਜੀ ਕਿਉਂ? ਇਹ ਸਾਹਿਬ ਕਹਿੰਦੇ ਇਹਦੇ ਤਾਂ ਇੰਨੀ ਤੇਜ਼ ਦੌੜ ਹੈ, ਨਿਮਖ ਮਾਹੇ 4 ਕੁੰਟ ਫਿਰ ਆਵੇ। ਫਿਰ ਆਵੇ ਦਾ ਅਰਥ ਹੈ ਘੁੰਮ ਕੇ ਫਿਰ ਆ ਜਾਂਦਾ, ਇੰਨੀ ਤੇਜ਼। ਹੁਣ ਇੰਨੀ ਤੇਜ਼ ਦੌੜਨ ਵਾਲਾ ਮਨ, ਤੇ ਜੇ ਇਹਦੇ ਤੇ ਕੰਮ ਨਹੀਂ ਕਰਾਂਗੇ ਨਾ, ਅੱਜ ਸੱਚ ਜਾਣਿਓ ਸੰਗਤ ਜੀ, ਇਹਨੂੰ ਕਬੂਲਿਓ ਦਾਸਰੇ ਦੀ ਬੇਨਤੀ ਨੂੰ। ਅੱਜ ਅਸੀਂ ਨਾ
ਧਰਮ ਦੀ ਦੁਨੀਆ ਵਿੱਚ ਨਾਮ ਸਿਮਰਨ ਗੁਰਬਾਣੀ ਅਭਿਆਸ ਛੱਡ ਕੇ ਨਾ ਮਨ ਪਿੱਛੇ ਲੱਗੇ ਹੋਏ ਆ। ਜਿੱਦਾਂ ਮਨ ਕਹੀ ਜਾਂਦਾ ਇੱਦਾਂ ਨਹੀਂ ਹੁੰਦਾ ਜੀ, ਇੱਦਾਂ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਇਹਦੇ ਪਿੱਛੇ ਲੱਗਦੇ ਆ। ਇੱਕ ਬੇਨਤੀ ਕਰਨਾ ਸਾਹਿਬ ਦੇ ਚਰਨਾਂ 'ਚ ਬਹਿ ਕੇ, ਜੇ ਤਾਂ ਮਨ ਪਿੱਛੇ ਲੱਗੋਗੇ ਇਹ ਗੰਦਗੀ ਇਕੱਠੀ ਕਰਕੇ ਲਿਆਏਗਾ, ਜੇ ਗੁਰੂ ਪਿੱਛੇ ਲੱਗੋਗੇ ਤੇ ਇਹ ਹੀ ਮਨ ਬੰਦਗੀ ਇਕੱਠੀ ਕਰਕੇ ਲਿਆਏ। ਇਹ ਹੁਣ ਆਪਾਂ ਫੈਸਲਾ ਕਰਨਾ ਗੁਰੂ ਅੱਗੇ ਬੇਨਤੀ ਕਰਕੇ। ਜੇ ਤਾਂ ਮਨ ਦੀ ਗੱਲ ਮੰਨੋਗੇ ਇਹ ਗੰਦਗੀ ਦੇ ਢੇਰ ਲਾ ਦੇਗਾ ਅੰਦਰ, ਜੇ ਗੁਰੂ ਪਿੱਛੇ ਲੱਗ ਜਾਏਗਾ ਮਨ ਇਹ ਬੰਦਗੀ ਦੇ ਢੇਰ ਲਾ ਦੇਗਾ, ਨੇ ਕੰਮ ਕਰਦੇ ਰਹਿਣਾ ਹੈ। ਇਸ ਲਈ ਫਿਰ ਸੁਣਿਓ ਸੰਤ ਹੋ, ਮਨ ਪਵਣੈ ਸੁਖ ਬਣਿਆ। ਇਹ ਪਵਨ ਦੀ ਤਰ੍ਹਾਂ ਦੌੜਨ ਵਾਲਾ ਚੰਚਲ ਹੈ ਤੇ ਸਾਹਿਬ ਕਹਿੰਦੇ ਪਕੜਿਆ ਨਹੀਂ ਜਾਂਦਾ। ਬਹੁਤ ਪ੍ਰਮਾਣ ਨੇ, ਪ੍ਰਮਾਣ ਪੜਾਂਗੇ, ਸਮਾਂ ਚਾਹੀਦਾ। ਚਲੋ ਸ਼ਬਦ 'ਚੋਂ ਦੋ ਪ੍ਰਮਾਣ ਦਿਆਂ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਤਾ, ਖਰਕਾ ਪੈਖਰ ਤੌ ਛੂਟੈ ਜੋ ਉੱਪਰ ਲਾਦਾ। ਪੰਜਾਬੀ 'ਚ ਅਰਥ ਕਰਦੇ ਹਾਂ ਸਰਲ। ਜਿਵੇਂ ਖੋਤੇ ਦੇ ਉੱਪਰ ਭਾਰ ਲੱਦਿਆ ਹੋਵੇ ਨਾ ਤੇ ਉਹਨੂੰ ਪੈਖਰ ਪਾ ਦਿੰਦਾ ਘੁਮਿਆਰ ਵੀਰ ਜਦੋਂ ਉਹਦਾ ਭਾਰ ਲਾਉਣਾ ਹੋਵੇ। ਇੱਕ ਅਗਲੀ ਲੱਤ ਤੋਂ ਰੱਸਾ ਪਿਛਲੀ ਲੱਤ ਨੂੰ ਕਿਉਂ ਪਾਉਂਦਾ? ਜਦੋਂ ਭਾਰ ਲੱਥੇਗਾ ਭੱਜ ਜਾਏਗਾ। ਭਾਰ ਲੱਦ ਕੇ ਪੈਖਰ ਮਗਰੋਂ ਖੋਲ੍ਹਦਾ, ਪਰ ਭਾਰ ਮਗਰੋਂ ਲਾਉਂਦਾ। ਦੂਜੀ ਗੱਲ, ਪੈਖਰ ਪਹਿਲਾਂ ਪਾਉਂਦਾ ਦੌੜ ਨਾ ਜਾਏ, ਤੇ ਉਹਦਾ ਪੈਖਰ ਪਾਇਆ ਉਹ ਕੇਵਲ ਸੀਮਤ ਚੱਲ ਸਕਦਾ ਹੈ। ਤੇ ਸਾਹਿਬ ਕਹਿੰਦੇ ਮਨ ਤੂੰ ਵੀ ਉਸ ਮਸਤੀ ਹੋਏ ਖੋਤੇ ਵਰਗਾ ਹੈ। ਪੰਕਤੀਆਂ ਫਿਰ ਯਾਦ ਰੱਖਿਓ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਤਾ, ਤੂੰ ਤੇ ਬਹੁਤਾ ਹੀ ਮਸਤਿਆ ਹੋਇਆ। ਖਰਕਾ ਪੈਖਰ ਤੌ ਛੂਟੈ ਜੋ ਉੱਪਰ ਲਾਦਾ। ਪੂਰਾ ਸ਼ਬਦ ਪੜ੍ਹਿਓ ਕਦੇ। ਤੇ ਸਤਿਗੁਰੂ ਕਹਿੰਦੇ ਭਲਿਆ ਤੇਰੀ ਵੀ ਉਹੀ ਹਾਲਾਤ ਹੈ। ਜੇ ਤਾਂ ਤੈਨੂੰ ਗੁਰੂ ਸ਼ਬਦ ਨਾਲ ਜੋੜੀ ਰੱਖੀਏ ਤਾਂ ਤੂੰ ਕੁਝ ਸੈਂਕੜ ਕਦੇ ਟਿਕ ਜਾਂਦਾ ਹੈ, ਫਿਰ ਵੀ ਭੱਜ ਭੱਜ ਕੇ ਦੌੜ ਕੇ ਜਾਂਦਾ ਹੈ। ਤੇ ਅੱਜ ਬੰਦਾ ਕਹਿੰਦਾ ਇਹ ਉਹਨਾਂ ਦੇ ਮਨ ਕਹਿੰਦੇ ਨੇ। ਬੇਨਤੀ ਸੁਣਿਓ, ਗੁਰਮਤ ਇਹ ਗੱਲ ਨਹੀਂ ਕਹਿੰਦੀ ਵੀ ਵਾਰ-ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ। ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਜੀ, ਬੇਨਤੀ ਸੁਣਿਓ, ਵੀ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ ਕੀ ਫਾਇਦਾ। ਸੱਚੇ ਪਾਤਸ਼ਾਹ ਨਹੀਂ ਕਹਿੰਦੇ ਵੀ ਸੇਵਾ ਕਰਨ ਦਾ ਕੀ ਫਾਇਦਾ। ਸਿੱਖੀ ਨਹੀਂ ਕਹਿੰਦੀ ਕਿ ਗੁਰੂ ਦਰ ਤੇ ਸੁਬਾਹ ਸ਼ਾਮ ਆਉਣ ਦਾ ਕੀ ਫਾਇਦਾ। ਸਿੱਖੀ ਕਹਿੰਦੀ ਆ ਸੇਵਾ ਕਰ, ਸਿਮਰਨ ਕਰ। ਇਹ ਉਹਨਾਂ ਬੰਦਿਆਂ ਦੇ ਨਾਸਤਕ ਮਨ ਕਹਿੰਦੇ ਹੈ ਜਿਹੜੇ ਆਪਣੇ ਮਨ ਮਗਰ ਲੱਗਦੇ ਜੀ ਵਾਰ-ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ। ਕਿਉਂ? ਕਿਉਂਕਿ ਮਨ ਕਹਿ ਰਿਹਾ ਇਹਨੇ ਖੁੱਲ੍ਹਾ ਦੌੜਨਾ ਹੈ। ਅਗਲੀ ਬੇਨਤੀ ਸੁਣਿਓ। ਇਸ ਲਈ ਜਦੋਂ ਇਹ ਟਿਕਦਾ ਹੈ, ਸੰਤ ਉਹ ਮਨ ਪਵਣੈ ਸੁਖ ਬਣਿਆ। ਤੇ ਸਤਿਗੁਰੂ ਕਹਿੰਦੇ ਕਿਹੜਾ ਸੁਖ ਬਣਿਆ? ਸਾਹਿਬ ਜੀ ਉਹਦਾ ਜ਼ਿਕਰ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰਕੇ ਕਰਦੇ ਹਨ ਜੀ। ਕਿਛ ਜੋਗ ਪ੍ਰਾਪਤ ਗਨਿਆ। ਕਿਛ ਜੋਗ, ਇੱਥੇ ਜੋਗ ਦਾ ਅਰਥ ਮਿਲਾਪ ਵਾਲਾ ਨਹੀਂ ਲਵਾਂਗੇ। ਬੇਨਤੀ ਸੁਣਿਓ, ਜੋਗ ਦਾ ਇੱਥੇ ਅਰਥ ਹੈ ਕਿਸੇ ਚੀਜ਼ ਜੋਗਾ, ਉਹਦੇ ਵਾਸਤੇ ਹੋ ਜਾਣਾ। ਕਿਛ ਜੋਗ ਕਾਹਦੇ ਜੋਗ ਹੋ ਗਿਆ? ਪ੍ਰਾਪਤ ਗਣਿਆ, ਪਰਮਾਤਮਾ ਦੀ ਪ੍ਰਾਪਤੀ ਲਈ ਗਿਣਤੀ ਵਿੱਚ ਆ ਗਿਆ ਵੀ ਇਹ ਪਰਮਾਤਮਾ ਵਿੱਚ ਮਨ ਮਿਲ ਸਕਦਾ ਹੈ। ਕਿਹੜਾ ਮਨ? ਸੰਤੋ ਉਹ ਮਨ ਪਵਣੈ ਸੁਖ ਬਣਿਆ। ਜਿਹੜਾ ਮਨ ਟਿਕ ਗਿਆ, ਫਿਰ ਬੇਨਤੀ ਤੁਹਾਡੇ ਚਰਨਾਂ 'ਚ ਰੱਖਾਂ, ਸਭ ਤੋਂ ਵੱਡਾ ਸੁੱਖ ਹੈ ਮਨ ਦਾ ਟਿਕ ਜਾਣਾ। ਜਦੋਂ ਮਨ ਟਿਕ ਜਾਂਦਾ ਨਾ ਤੇ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਸੁੱਖ ਹੀ ਸੁੱਖ ਹੈ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਨਿਧ ਪਾਈ। ਇਹਨੂੰ ਜਦੋਂ ਖੋਜੇਗਾ ਇਹਦੇ 'ਚ ਨਾਮ ਦੇ ਖਜ਼ਾਨੇ ਨੇ। ਉਹਨੂੰ ਹੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਨਾ, ਇਹ ਮਨ ਕੀ ਹੈ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਕਿਛ ਜੋਗ ਪ੍ਰਾਪਤ ਗਣਿਆ, ਫਿਰ ਇਹ ਗਿਣਤੀ 'ਚ ਆ ਗਿਆ ਵੀ ਇਹਨੂੰ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਕਿਉਂਕਿ ਇਹਦੇ 'ਚ ਗੁਣ ਵਧਣ ਲੱਗ ਪਏ। ਇਹ ਉਸ ਦੇ ਜੋਗ ਹੋਇਆ ਹੈ ਜੀ। ਰਹਾਉ ਠਹਿਰਾਓ ਦੇ ਕੇ ਸਾਹਿਬ ਜੀ ਮਿਹਰਮਤ ਕਰਦੇ ਹਨ। ਗੁਰ ਦਿਖਲਾਈ ਮੋਰੀ। ਇਹਦੇ ਤੇ ਛੋਟੀ ਜਿਹੀ ਇੱਕ ਮੈਂ ਘਟਨਾ ਤੁਹਾਨੂੰ ਕਹਾਂ ਜੀ। ਕਹਿੰਦੇ ਇੱਕ ਕੋਈ ਰੱਬ ਦਾ ਫਕੀਰ ਸੀ ਤੇ ਨਦੀ ਦੇ ਕਿਨਾਰੇ ਰਹਿੰਦਾ ਸੀ। ਤੇ ਸਾਡਾ ਸੁਭਾਅ ਪਤਾ ਕੀ ਹੁੰਦਾ? ਵੈਸੇ ਤਾਂ ਅੱਜ ਅਸੀਂ ਸਾਰੇ ਰਾਜੇ ਜਨਕ ਦੀ ਰੀਸ ਕਰਦੇ ਹਾਂ। ਕਿਉਂ ਕਰਦੇ ਹਾਂ? ਉਹਨੇ ਕਿਹਾ ਸੀ ਨਾ ਵੀ ਇੱਕ ਪੈਰ ਘੋੜੇ ਦੀ ਕਾਠੀ 'ਚ ਰੱਖੇ ਕੋਈ, ਮੈਂ ਰੱਖਾਂ ਰਕਾਬ ਵਿੱਚ ਰੱਖਾਂ ਕਾਠੀ 'ਤੇ ਬਹਿਣ ਲਈ। ਇੰਨੇ ਚਿਰ ਵਿੱਚ ਮੈਨੂੰ ਕੋਈ ਗਿਆਨ ਕਰਾਵੇ। ਤੇ ਕਰਾਇਆ ਸੀ ਨਾ ਅਸ਼ਟਾਵਕਰ ਨੇ। ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਕੋਈ ਗਿਆਨੀ ਸਿੰਘ, ਕੋਈ ਸਿਆਣਾ ਸੱਜਣ ਤੁਰਿਆ ਜਾ ਰਿਹਾ, ਸਾਨੂੰ ਰੱਬ ਮਿਲ ਜੇ ਤੇ ਦੇ ਆਏ ਜਾਵੇ ਜਿਵੇਂ ਕੋਈ ਚੀਜ਼ ਚੁੱਕ ਕੇ ਦਿੰਦਾ ਤੇ ਸਾਨੂੰ ਮਿਲ ਗਿਆ। ਗੁਸਤਾਖੀ ਮਾਫ ਨਹੀਂ ਮਿਲਣਾ। ਗੁਰੂ ਕਿਰਪਾ ਕਰ ਦੇਵੇ, ਉਹ ਉਹਦੀ ਮਰਜ਼ੀ ਹੈ। ਬੰਦਾ ਨਹੀਂ ਕੋਈ ਇਹਦੀ ਛੇਤੀ ਦਮ ਲਾ ਸਕਦਾ।
ਗੁਰੂ ਦੇ ਪਿਆਰੇ ਵੀ ਚੁੱਕ ਦੱਸਦੇ ਨੇ। ਕਹਿਣ ਲੱਗੇ ਉਹ ਫਕੀਰ ਨੂੰ ਇੱਕ ਬੰਦਾ ਆ ਕੇ ਕਹਿਣ ਲੱਗਾ ਜੀ ਮੈਂ ਯਤਨ ਕਰਦਾ, ਗੁਰਦਿਖਲਾਈ ਮੋਰੀ ਤੇ ਬੇਨਤੀ ਕਰਨ ਲੱਗਾ। ਕਹਿਣ ਲੱਗੇ ਉਹ ਕਹਿੰਦਾ ਮੈਂ ਯਤਨ ਕਰਦਾ ਪਰ ਪ੍ਰਭੂ ਨਹੀਂ ਮਿਲਦਾ। ਉਹ ਕਹਿਣ ਲੱਗੇ ਮਿਲ ਜਾਏ, ਕਿਵੇਂ ਮਿਲੇਗਾ? ਕਹਿਣ ਲੱਗੇ ਰਾਤ ਦੇ ਚੌਥੇ ਪਹਿਰ ਨਹਾ ਧੋ ਕੇ ਵਸਤਰ ਪਹਿਨ ਕੇ ਆ ਜਾਈ, ਜ਼ਿਕਰ ਕਰਾਂਗੇ। ਕਹਿਣ ਲੱਗੇ ਹੁਣ ਤੇ ਉਹ ਬੰਦਾ ਮਿਲਣਾ ਚਾਹੁੰਦਾ ਸੀ, ਕੋਈ ਕਿਣਕਾ ਮਾਤਰ ਜਿਗਿਆਸਾ ਸੀ। ਸੰਗੇ ਜੀ ਜਦੋਂ ਆਇਆ ਨਾ ਤੇ ਕਹਿੰਦੇ ਉਸ ਮਹਾਤਮਾ ਨੇ ਕਿਹਾ ਆ ਨਦੀ ਦੇ ਕਿਨਾਰੇ। ਉਹ ਨਦੀ ਦੇ ਵਿੱਚ ਲੈ ਕੇ ਕਿਨਾਰੇ ਤੋਂ ਉਸ ਬੰਦੇ ਦਾ ਉਹਨਾਂ ਨੇ ਗਲ ਫੜਿਆ, ਗਿੱਚੀ ਆਪਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਧੌਣ ਤੋਂ ਉਹਨੂੰ ਫੜਿਆ, 5-4 ਗੋਤੇ ਦਿੱਤੇ ਨਦੀ ਵਿੱਚ। ਤੇ ਹੁਣ ਉਹ ਜਦੋਂ ਡੁੱਬਣ ਲੱਗਿਆ ਕਰੇ, ਸਾਹ ਬੰਦ ਹੋਵੇ, ਉੱਪਰ ਨੂੰ ਆਵੇ, ਉਹ ਫੇਰ ਦੱਬਣੋਂ ਫੇਰ ਉੱਪਰ ਨੂੰ ਆਵੇ। ਤੇ ਉਹਨੇ ਆਪਣੀ ਜੀ ਜ਼ੋਰ ਨਾਲ ਧੌਣ ਛੁਡਾ ਲਈ ਤੇ ਪਿੱਛੇ ਹੋ ਕੇ ਕਹਿੰਦਾ ਮੈਂ ਤੇ ਰੱਬ ਨੂੰ ਮਿਲਣ ਆਇਆ ਸੀ, ਮੈਂ ਤੇ ਆਪ ਹੀ ਮਰ ਚੱਲਿਆ ਸੀ। ਉਹਨੂੰ ਜਾਪਿਆ ਵੀ ਇਹ ਫਕੀਰ ਪਾਗਲ ਹੈ, ਮੈਂ ਰੱਬ ਦੇ ਮਿਲਣ ਦੀ ਜੁਗਤੀ ਸਿੱਖਣ ਆਇਆ, ਇਹ ਕਿਹੜੇ ਕੰਮਾਂ ਨੂੰ ਉਤਰਿਆ। ਗੁਰਦਿਖਲਾਈ ਮੋਰੀ ਕਹਿੰਦੇ ਕੀ ਕੀਤਾ? ਫਕੀਰ ਵੀ ਬਾਹਰ ਆ ਗਿਆ, ਉਹ ਰੱਬ ਦਾ ਪਿਆਰਾ ਸੱਚਮੁੱਚ ਦਾ ਫਕੀਰ। ਉਹਨੇ ਕਿਹਾ ਭਲਿਆ ਡਰ ਗਿਆ? ਕਹਿੰਦਾ ਹਾਂ ਡਰ ਗਿਆ। ਕਿਉਂ ਡਰ ਗਿਆ? ਮੌਤ ਤੋਂ ਡਰ ਗਿਆ? ਕਹਿੰਦੇ ਹਾਂ। ਉਹ ਕਹਿੰਦੇ ਸੱਚ ਦੱਸੀ, ਜਦੋਂ ਮੈਂ ਤੈਨੂੰ ਧੌਣ ਤੋਂ ਫੜ ਕੇ ਪਾਣੀ 'ਚ ਗੋਤੇ ਦਿੰਦਾ ਸੀ, ਤੂੰ ਕਿੰਨੀ ਜ਼ਬਰਦਸਤੀ ਨਾਲ ਛਡਾਇਆ? ਕਿਉਂ ਛਡਾਇਆ? ਕਹਿੰਦਾ ਮੈਂ ਮੌਤ ਤੋਂ ਡਰ ਗਿਆ। ਕਹਿੰਦੇ ਜਿੰਨਾ ਤੂੰ ਮੌਤ ਤੋਂ ਬਚਣ ਲਈ ਮੇਰੇ ਹੱਥ 'ਚੋਂ ਧੌਣ ਛਡਾਈ ਹੈ, ਇਹਦੇ ਨਾਲੋਂ ਅੱਧਾ ਵੀ ਯਤਨ ਕਦੇ ਰੱਬ ਨੂੰ ਮਿਲਣੇ ਕੀਤਾ? ਇਹਦੇ ਨਾਲੋਂ ਅੱਧਾ ਵੀ ਮਿਲ ਜਾਂਦਾ। ਉਹ ਯਤਨ ਕੀਤਾ ਹੀ ਨਹੀਂ ਜਿਹੜੇ ਰਸਤੇ ਮਿਲਣਾ। ਇਸ ਲਈ ਮਿਲਣਾ ਫਿਰ ਚੇਤੇ ਰੱਖਿਓ, ਗੁਰਦਿਖਲਾਈ ਮੋਰੀ। ਗੁਰੂ ਨੇ ਮਿਲਾਉਣਾ ਕਿੱਦਾਂ? ਮਨ ਨੇ ਕਿੱਦਾਂ ਟਿਕਣਾ? ਤਨ ਦੀ ਖੁਰਾਕ ਹੈ ਭੋਜਨ, ਸੁਣਿਓ, ਮਨ ਦੀ ਖੁਰਾਕ ਹੈ ਫੁਰਨੇ, ਸੰਕਲਪ ਵਿਕਲਪ। ਯਾਦ ਰੱਖਿਓ ਅੰਤਸ਼ਕਰਨ ਦੀਆਂ 4 ਅਵਸਥਾਵਾਂ ਨੇ, ਮਨ, ਚਿੱਤ, ਬੁੱਧ, ਅਹੰਕਾਰ। ਤੇ ਜਪਜੀ ਸਾਹਿਬ ਅੰਦਰ 4 ਗੱਲਾਂ ਦਾ ਭੇਦ ਖੋਲ੍ਹਿਆ ਹੋਇਆ, ਘੜੀਆ, ਸੁਰਤ, ਮਨ, ਬੁੱਧ। ਇਹ 4 ਨੇ, ਚਿੱਤ, ਮਨ, ਚਿੱਤ, ਬੁੱਧ, ਅਹੰਕਾਰ, ਅੰਤਸ਼ਕਰਨ। ਇਹਨਾਂ ਦੁਆਰਾ ਹੀ ਸ਼ੁੱਧ ਹੁੰਦਾ ਤੇ ਮੇਲਾ ਵੀ ਹੁੰਦਾ। ਗੁਰਦਿਖਲਾਈ ਮੋਰੀ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਾ ਉਹ ਰਾਹ ਵਿਖਾ ਦਿੱਤਾ ਹੈ ਜਿੱਥੋਂ ਦੀ ਇਹਨਾਂ ਨੇ ਆਉਣਾ ਹੈ। ਇਹ ਕੰਨਾਂ ਦੁਆਰਾ ਆਉਂਦੇ ਹੈ। ਬੰਦਾ ਕਹਿੰਦਾ ਮੇਰਾ ਮਨ ਥੱਕਿਆ, ਮੈਂ ਮਨੋਰੰਜਨ ਕਰਦਾ। ਜਿੰਨੇ ਵੀ ਮਨੋਰੰਜਨ ਨੇ ਉਹਦਾ ਅਰਥ ਹੁੰਦਾ ਹੈ ਮਨ ਨੂੰ ਚੰਚਲਤਾ ਦੀ ਖੁਰਾਕ ਦੇਣੀ। ਤੁਸੀਂ ਵੇਖੋ ਗੁਸਤਾਖੀ ਮਾਫ, ਗੰਦੀਆਂ ਫਿਲਮਾਂ ਟਿਊਨਾਂ ਚੱਲਦੀਆਂ ਹੋਣ, ਇਹ 5-5 ਘੰਟੇ ਬੈਠਾ ਰਹੇਗਾ, ਹਿੱਲਦਾ ਹੀ ਨਹੀਂ। ਇਹਨੂੰ ਪਤਾ ਹੀ ਨਹੀਂ ਹੁੰਦਾ ਵੀ ਡੰਗਰਾਂ ਨੂੰ ਵੀ ਪੱਠੇ ਪਾਉਣੇ ਆ, ਅਜੇ ਬਾਪੂ ਵੀ ਮੰਜੇ 'ਤੇ ਬੈਠਾ, ਉਹਨੂੰ ਪ੍ਰਸ਼ਾਦਾ ਫੜਾਉਣਾ ਯਾਦ ਹੀ ਨਹੀਂ। ਤੇ ਜੇ ਗੁਰਦੁਆਰੇ ਆ ਜਾਏ ਤੇ ਫਿਰ 5 ਮਿੰਟ ਉੱਪਰ ਦੀ ਹੋ ਜਾਣ ਸਹੀ ਖਾਂ, ਫਿਰ ਮਗਰੋਂ ਕੀਰਤਨਾਂ ਨੂੰ ਕਹਿੰਦਾ ਤੁਸੀਂ ਟਾਈਮ ਦਾ ਖਿਆਲ ਰੱਖਿਆ ਕਰ। ਕਿਉਂਕਿ ਇਹ ਸੁਣਨਾ ਔਖਾ ਹੈ। ਗੁਰੂ ਨੇ ਦੱਸਿਆ ਗੁਰਦਿਖਲਾਈ ਮੋਰੀ, ਭਲਿਆ ਇਹਨਾਂ ਤੇ ਪਹਿਰਾ ਦੇ ਗੁਰੂ ਸ਼ਬਦ ਦਾ, ਨਾ ਬਾਣੀ ਦਾ। ਇਹ ਗੁਰੂ ਨੇ ਰਾਹ ਵਿਖਾ ਦਿੱਤਾ। ਅਗਲੀ ਵੀ ਬੇਨਤੀ ਸੁਣਿਓ। ਹੁਣ ਬਾਹਰ ਤੋਂ ਆਉਣ ਤੋਂ ਤੇ ਰੁਕ ਗਏ ਤੇ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵੀ ਰਹਿੰਦੇ ਨੇ ਨਾ, ਇਸ ਦੇਹੀ ਅੰਦਰ 5 ਚੋਰ ਬਸਾ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਇਹ ਕਰਦੇ ਕੀ ਹੈ? ਅੰਮ੍ਰਿਤ ਲੁੱਟ ਹੈ, ਮਨਮੁਖ ਨੇ ਬੁੱਝ ਹੈ, ਕੋਈ ਨਾ ਸੁਣੇ ਪੁਕਾਰਾ। ਗੁਰੂ ਨੇ ਬਾਹਰ ਤੋਂ ਵੀ ਰਾਹ ਦੱਸ ਦਿੱਤਾ ਵੀ ਇੱਧਰੋਂ ਆਉਂਦੇ ਹੈ, ਤੇ ਅੰਦਰੋਂ ਵੀ ਦੱਸਿਆ ਅੰਦਰੋਂ ਵੀ ਬਚ ਰਿਹਾ। ਗੁਰਦਿਖਲਾਈ ਮੋਰੀ, ਗੁਰੂ ਨੇ ਉਹ ਰਸਤਾ, ਉਹ ਮੋਰੀ ਜਿਹਦੇ ਦੁਆਰਾ ਇਹ ਆਉਂਦੇ ਨੇ, ਉਹ ਵਿਖਾ ਦਿੱਤੀ ਹੈ। ਜਿਤ ਮਿਰਗ ਪੜਤ ਹੈ ਚੋਰੀ। ਜਿਵੇਂ ਮਿਰਗ ਕੋਈ ਹਰੀਆਂ ਚੀਜ਼ਾਂ ਚਰਦਾ ਹੈ ਨਾ, ਇਹ 5 ਵਿਕਾਰ, 5 ਵਿਸ਼ੇ, 5 ਡਾਕੂ, 5 ਲੁਟੇਰੇ, ਇਹ ਜਿੱਧਰੋਂ ਪੈਂਦੇ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕਿਸੇ ਵੀ ਰੂਪ ਅੰਦਰ ਪ੍ਰਗਟ ਹੋ ਕੇ ਸਾਹਿਬ ਨੇ ਉਹ ਰਾਹ ਵਿਖਾ ਦਿੱਤਾ। ਗੁਰਦਿਖਲਾਈ ਮੋਰੀ। ਕਿਹੜੀ ਮੋਰੀ ਵਿਖਾ ਦਿੱਤੀ? ਕਿਹੜਾ ਰਾਹ ਵਿਖਾ ਦਿੱਤਾ? ਜਿਤ ਮਿਰਗ ਪੜਤ ਹੈ ਚੋਰੀ। ਚੋਰੀ ਆਉਂਦੇ ਨੇ ਨਾ, ਹੁਣ ਤੁਸੀਂ ਵੇਖੋ, ਚੋਰ ਕਦੇ ਘਰ ਦਾ ਦਰਵਾਜ਼ਾ ਖੜਕਾ ਕੇ ਨਹੀਂ ਆਉਂਦਾ। ਕਦੇ ਕਿਸੇ ਨੇ ਦਰਵਾਜ਼ਾ ਖੜਕਾ ਕੇ ਕਿਹਾ ਵੀ ਬਾਹਰ ਖੋਲ, ਤੇ ਤੁਸੀਂ ਪੁੱਛੋ ਕੌਣ ਹੋ? ਕਹੇ ਮੈਂ ਚੋਰ ਹਾਂ। ਉਹ ਫਿਰ ਚੋਰ ਕਾਹਦਾ ਹੋਇਆ? ਉਹ ਧਾੜ ਵੀ ਹੋ ਸਕਦਾ ਹੈ, ਡਾਕੂ ਹੋ ਸਕਦਾ ਹੈ, ਜਿਹੜਾ ਬੂਹਾ ਖੜਕਾ ਕੇ ਵੀ ਆ ਜਾਏ, ਚੋਰ ਨਹੀਂ ਆਉਂਦਾ। ਚੋਰ ਦਾ ਤੇ ਮਤਲਬ ਇਹ ਹੈ ਬਿਨਾਂ ਦੱਸੇ ਤੋਂ ਕੁਝ ਲੈ ਜਾਣਾ। ਤੇ 5 ਦੇ 5 ਬਿਨਾਂ ਦੱਸੇ ਤੋਂ ਜਿੱਥੋਂ ਦੀ ਲੰਘਦੇ ਨੇ ਨਾ, ਤੇ ਸਤਿਗੁਰੂ ਨੇ ਮੋਰੀ ਵਿਖਾ ਦਿੱਤੀ। ਅਗਲੀ ਗੱਲ, ਇਹਦੇ ਬਹੁਤ ਸੋਹਣੇ ਅਰਥ ਕਿਸੇ ਵਿਦਵਾਨ ਨੇ ਲਿਖੇ ਨੇ। ਉਹ ਕਹਿੰਦਾ ਵਿਕਾਰ ਬਾਹਰੋਂ ਵੀ ਆਉਂਦੇ ਹੈ, ਅੰਦਰੋਂ ਵੀ ਨੇ, ਪਰ ਇੱਕ ਬੇਨਤੀ ਚੇਤੇ ਰੱਖਿਓ,
ਜੇ ਬਾਹਰੋਂ ਆਉਣ ਤੋਂ ਤੇ ਵਿਕਾਰ ਰੋਗ ਦਿੱਤੇ, ਜਿਤ ਮਿਰਗ ਪੜਤ ਹੈ ਚੋਰੀ, ਤੇ ਅਗਲੀ ਗੱਲ ਜੇ ਮਨ ਬਾਹਰ ਜਾ ਕੇ ਲਿਆਉਣ ਲੱਗ ਪਿਆ, ਫੇਰ ਮਨ ਨੇ ਤੇ ਬਾਹਰੋਂ ਲਿਆਉਣੇ ਨੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹਨੂੰ ਫਿਰ ਰੋਕਣ ਲਈ। ਜਿੱਥੋਂ ਦੀ ਚੋਰੀ ਮਿਰਗ ਪੜਦੇ ਨੇ ਉਹ ਮੋਰੀ ਦੱਸੀ, ਜਿੱਥੋਂ ਦੀ ਆ ਕੇ ਚੋਰੀ ਕਰਦੇ ਨੇ ਉਹਦਾ ਫਿਰ ਸਲਿਊਸ਼ਨ ਵੀ ਦੱਸਿਆ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬੜਾ ਪਿਆਰਾ ਨੁਕਤਾ ਹੈ, ਰੋਗ ਦਾਰੂ ਦੋਵੇਂ ਬੁੱਝੈ, ਸੋਈ ਵੈਦ ਸੁਜਾਨ। ਕੋਈ ਡਾਕਟਰ ਤੁਹਾਨੂੰ ਦੱਸ ਦੇਵੇ ਵੀ ਤੈਨੂੰ 103 ਟੈਂਪਰੇਚਰ ਹੈ ਤੇ ਮੈਡੀਸਨ ਦੇਵੇ ਨਾ, ਉਹ ਡਾਕਟਰ ਕਾਹਦਾ ਹੋਇਆ? ਡਾਕਟਰ ਤੇ ਉਹ ਹੈ ਨਾ ਜਿਹੜਾ ਰੋਗ ਵੀ ਦੱਸੇ, ਦਵਾਈ ਵੀ ਦੇਵੇ। ਇਹ ਤੋਂ ਪਹਿਲਾਂ ਰੋਗ ਦੱਸਿਆ, ਗੁਰਦ ਖਿਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਅਗਲੀਆਂ ਪੰਕਤੀਆਂ ਸਾਹਿਬ ਕਿਰਪਾ ਕਰਕੇ, ਮੇਰਾਮਤ ਕਰਕੇ ਇਹਦੀ ਵੈਕਸੀਨੇਸ਼ਨ ਕਰਦੇ ਨੇ, ਇਹਦਾ ਇਲਾਜ ਦੱਸਦੇ ਹਨ ਜੀ। ਮੂੰਦ ਲੀਏ ਦਰਵਾਜੇ। ਦਰਵਾਜੇ ਦਾ ਅਰਥ ਹੀ ਹੁੰਦਾ ਰੋਕ ਲੈਣਾ। ਧਿਆਨ ਨਾਲ ਸੁਣਿਓ, ਦਰਵਾਜੇ ਦਾ ਅਰਥ ਹੁੰਦਾ ਰੋਕ ਲੈਣਾ। ਹਵਾ ਆਉਂਦੀ ਹੈ, ਆਪਾਂ ਕਹਿੰਦੇ ਦਰਵਾਜ਼ਾ ਬੰਦ ਕਰ ਦੇ, ਹਵਾ ਰੁਕ ਗਈ। ਵੱਡੇ ਵੱਡੇ ਦਰਿਆਵਾਂ ਨੂੰ ਦਰਵਾਜ਼ੇ ਮੈਟਲ ਦੇ ਲਾ ਕੇ ਪਾਣੀ ਰੋਕਿਆ ਜਾਂਦਾ। ਪਰ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਤਾਂ ਜਿਹੜੇ ਵਕਾਰ ਨੇ ਇਹਨੂੰ ਦੁਨੀਆ ਦਾ ਕੋਈ ਦਰਵਾਜ਼ਾ ਨਹੀਂ ਰੋਕਦਾ। ਦੁਨੀਆ ਦਾ ਦਰਵਾਜ਼ਾ ਕਿਹਾ ਜੀ। ਤੁਸੀਂ ਕਹੋਗੇ ਨਾ, ਅੱਜ ਯਾਦ ਰੱਖਿਓ, ਬੇਨਤੀ ਬੜੇ ਖਿਆਲ ਨਾਲ ਸੁਣਿਓ, ਇਮਾਨਦਾਰੀ, ਦਇਆ, ਧਰਮ, ਸਹਿਣਸ਼ੀਲਤਾ, ਟਿਕਾ, ਸਹਿਜ, ਐ ਰਸ ਖੇੜਾ, ਇਹ ਸਾਇੰਸ ਕੋਲੇ ਨਹੀਂ ਹੈ। ਗੁਸਤਾਖੀ ਮਾਫ, ਇਹ ਪੜ੍ਹਾਈ ਵਿੱਚ ਵੀ ਨਹੀਂ ਹੈ। ਪੜ੍ਹਾਈ ਮਾੜੀ ਨਹੀਂ, ਵਿੱਦਿਆ ਨਹੀਂ ਮਾੜੀ, ਗੁਰਮਤਿ ਨੇ ਵਿੱਦਿਆ ਤੋਂ ਨਹੀਂ ਮਨਾ ਕੀਤਾ। ਪਰ ਇਹਨਾਂ ਚੀਜ਼ਾਂ ਲਈ ਇੱਦਾਂ ਕਹਿ ਰਿਹਾ, ਇਹ ਵਿੱਦਿਆ ਹੋ ਗਈ, ਇਹ ਸਾਇੰਸ ਹੋ ਗਈ, ਇਹ ਬਾਹਰ ਦੀ ਭੌਤਿਕਤਾ ਦੀ ਖੋਜ ਹੈ। ਪਰ ਜੇ ਆਪਣੀ ਖੋਜ ਕਰਨੀ ਹੈ ਨਾ, ਫਿਰ ਧਰਮ ਦੀ ਲੋੜ ਹੈ, ਨਾਮ ਦੀ ਲੋੜ ਹੈ, ਗੁਰੂ ਦੇ ਸ਼ਬਦ ਦੀ ਲੋੜ ਹੈ। ਇਸ ਲਈ ਸਾਹਿਬ ਨੇ ਕਿਰਪਾ ਕੀਤੀ। ਦਰਵਾਜ਼ੇ ਦਾ ਅਰਥ ਹੈ ਰੋਕ ਲੈਣਾ। ਬਾਕੀ ਹਰੇਕ ਚੀਜ਼ ਬੰਦੇ ਨੇ ਰੋਕ ਲਈ, ਪਰ ਵੱਡੇ ਵੱਡੇ ਬੰਦਿਆਂ ਤੇ ਸਤਿਗੁਰੂ ਨੇ ਕਿਹਾ ਨਾ, ਕਹਿਣ ਲੱਗੇ ਕਵਣ ਕਵਣ ਨਹੀਂ ਪਤਰਿਆ ਤੁਮਰੀ ਪ੍ਰਤੀਤ। ਮਨ ਤੇਰੀ ਪ੍ਰਤੀਤ ਕਰਕੇ ਕਿਹੜਾ ਕਿਹੜਾ ਬੰਦਾ ਨਹੀਂ ਠੱਗਿਆ ਗਿਆ। ਵੱਡੇ ਵੱਡਿਆਂ ਨੂੰ ਠੱਗ ਦਿੱਤਾ, ਰਿਸ਼ੀ ਮੁਨੀ ਠੱਗ ਦਿੱਤੇ। ਆਪਾਂ ਬਚਨ ਪੜ੍ਹਦੇ ਨਾ, ਮਾਨ ਮੁਨੀ ਮੁਨ ਵਰਗਲੇ ਮਾਨ, ਸਭੇ ਕੋ ਖਾਏ। ਹੰਕਾਰ ਆਇਆ ਮਨ 'ਚ ਠੱਗ ਲਿਆ, ਕਾਮ ਆਇਆ ਠੱਗ ਲਿਆ, ਲੋਭ ਆਇਆ ਠੱਗ ਲਿਆ। ਇਸ ਲਈ ਸਾਹਿਬ ਨੇ ਕਿਰਪਾ ਕੀਤੀ। ਫਿਰ ਵਕਾਰਾਂ ਤੋਂ ਕੋਈ ਰੋਕ ਸਕਦਾ ਨਾ ਜੀ। ਗੁਰੂ ਅੱਗੇ ਬੇਨਤੀ ਕਰਿਆ ਕਰੋ, ਇਹ ਗੁਰੂ ਦਾ ਦਿੱਤਾ ਦਰਵਾਜ਼ਾ ਰੋਕ ਸਕਦਾ ਹੈ। ਉਹ ਹੈ ਗੁਰੂ ਦਾ ਸ਼ਬਦ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੈ ਨਾ ਸਾਕੈ ਜਾਲੇ, ਗੁਰਦ ਖਿਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ। ਹੁਣ ਗੁਰੂ ਸਾਹਿਬ ਨੇ ਕਿਹਾ ਵੀ ਆਹ ਦਰਵਾਜ਼ੇ ਮੁੰਦ ਲੈ, ਤੇ ਦਰਵਾਜ਼ੇ ਦਾ ਅਰਥ ਇਹ ਥੋੜ੍ਹੀ ਹੁੰਦਾ ਵੀ ਜਿਹੜਾ ਖੋਲੀਏ ਹੀ ਨਾ। ਦਰਵਾਜ਼ੇ ਦਾ ਅਰਥ ਹੁੰਦਾ ਜਦੋਂ ਲੋੜ ਹੈ ਉਦੋਂ ਲਾ ਦੇਣਾ, ਚੋਰ ਤੋਂ ਲਾ ਦੇਣਾ, ਡਾਕੂ ਤੋਂ ਲਾ ਦੇਣਾ, ਲੁਟੇਰੇ ਤੋਂ ਲਾ ਦੇਣਾ। ਜਦੋਂ ਕਿ ਆਪਣਾ ਸੱਜਣ ਆਇਆ ਉਦੋਂ ਚਾਅ ਨਾਲ ਖੋਲ੍ਹ ਦੇਣਾ। ਗੁਰੂ ਦਾ ਸ਼ਬਦ ਸੱਜਣ ਹੈ, ਨਾਮ ਸੱਜਣ ਹੈ, ਉਦੋਂ ਖੋਲ੍ਹ ਦੇਈਦਾ, ਉਦੋਂ ਕੰਨ ਖੁੱਲ੍ਹੇ ਰੱਖੀਦੇ ਹੈ। ਤੇ ਜਦੋਂ ਚੋਰ ਆਵੇ ਉਦੋਂ ਬੰਦ ਕਰ ਦੇ। ਤੇ ਮੂੰਦ ਲੀਏ ਦਰਵਾਜ਼ੇ। ਤੇ ਦਰਵਾਜ਼ੇ ਮੁੰਦਣ ਦਾ ਦੂਜਾ ਫਾਇਦਾ ਕੀ ਹੋਇਆ? ਹੁਣ ਮਨ ਬਾਹਰ ਨਹੀਂ ਜਾਂਦਾ। ਇਹ ਵੀ ਯਾਦ ਰੱਖਿਓ, ਇਕੱਲੇ ਵਕਾਰ ਨਹੀਂ ਬਾਹਰੋਂ ਰੁਕਦੇ। ਤੁਸੀਂ ਫਿਰ ਯਾਦ ਰੱਖਿਓ, ਚਲੋ ਇਹਨੂੰ ਪੰਜਾਬੀ ਦੀ ਸੌਖੀ ਉਦਾਹਰਨ ਦੇ ਆ। ਰੱਬ ਨਾ ਕਰੇ ਕਿਸੇ ਦਾ ਬੱਚਾ ਹੋਵੇ, ਲੜਕਾ ਹੋਵੇ, ਮੰਨ ਲਓ ਕਿਸੇ ਦਾ ਲੜਕਾ ਹੋਵੇ, ਉਹ ਬੁਰੀ ਸੰਗਤ ਵਿੱਚ ਵਿਗੜ ਜਾਏ। ਹੁਣ ਬਾਹਰ ਹੁੰਦੀ ਨਾ ਬੁਰੀ ਸੰਗਤ, ਪਹਿਲਾਂ ਬਾਹਰੋਂ ਵਿਗਾੜ ਪੈਦਾ ਹੁੰਦਾ। ਬੁਰੀ ਸੰਗਤ ਦਾ, ਕੁਸੰਗਤ ਦਾ ਪ੍ਰਭਾਵ ਬੱਚੇ ਦੇ ਅੰਦਰ ਜਾਂਦਾ। ਤੇ ਫਿਰ ਪਿਤਾ ਕੀ ਕਹਿੰਦਾ? ਇੱਕ ਦਿਨ ਪਿਤਾ ਕਹਿੰਦਾ ਉਹ ਕੁਸੰਗਤ ਵਿੱਚ ਨਹੀਂ ਜਾਣਾ, ਚੰਗੀ ਸੰਗਤ ਕਰ, ਭਾਵ ਸੰਗਤ ਕਰ, ਸਾਧ ਸੰਗਤ ਕਰ, ਕੁਸੰਗਤ ਵਿੱਚ ਨਹੀਂ ਜਾਣਾ। ਤੇ ਜੇ ਉਹ ਕੁਸੰਗਤ ਵਾਲੇ ਬੱਚੇ ਜਿਨ੍ਹਾਂ ਨੇ ਉਹ ਬੱਚੇ ਨੂੰ ਵਿਗਾੜਿਆ ਉਹ ਕਦੇ ਘਰੇ ਆਉਣ, ਤੇ ਬਾਪੂ ਕਹਿੰਦਾ ਖਬਰਦਾਰ ਜੇ ਦਰਵਾਜ਼ਾ ਖੋਲ੍ਹਿਆ, ਇਹ ਉਹ ਆ ਗਏ ਜਿਨ੍ਹਾਂ ਨੇ ਤੈਨੂੰ ਵਿਗਾੜਿਆ, ਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਜਦੋਂ ਵਕਾਰ ਆਉਂਦੇ ਨੇ ਨਾ, ਤੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਲਿਆ ਦਰਵਾਜ਼ਾ ਨਾ ਖੋਲੀ, ਇਹ ਉਹੀ ਆ ਗਏ ਜਿਨ੍ਹਾਂ ਨੇ ਤੈਨੂੰ ਵਿਗਾੜਿਆ। ਉਹਨੂੰ ਬਾਹਰ ਨਹੀਂ ਜਾਣ ਦਿੰਦੇ। ਪਿਤਾ ਕਹਿੰਦਾ ਤੈਨੂੰ ਬਾਹਰ ਨਹੀਂ ਜਾਣ ਦੇਣਾ, ਤੂੰ ਫਿਰ ਵਿਗੜ ਜਾਏਗਾ। ਬਾਹਰੋਂ ਵਿਕਾਰ ਬੰਦ ਹੋ ਗਏ। ਜਿਵੇਂ ਇੱਕ ਲੜਕੇ ਨੂੰ ਉਹਨੂੰ ਸੁਧਾਰਨ ਵਾਸਤੇ ਪਿਤਾ ਬਾਹਰ ਨਹੀਂ ਜਾਣ ਦਿੰਦਾ, ਉਵੇਂ ਗੁਰੂ ਸਾਹਿਬ ਮਨ ਨੂੰ ਬਾਹਰ ਨਹੀਂ ਜਾਣ ਦਿੰਦੇ। ਮੂੰਦ ਲੀਏ ਦਰਵਾਜ਼ੇ, ਇਹਦੇ ਅੱਖਰੀ ਅਰਥ ਤੇ ਬੜੇ ਬੜੇ ਵਿਦਵਾਨਾਂ ਨੇ ਕੀਤੇ ਨੇ।
ਇਹ ਅਰਥ ਜਿਹੜੇ ਗੁਰਮਤਿ ਅਨੁਸਾਰ ਜਿੰਨੇ ਗੁਰੂ ਸਾਹਿਬ ਨੇ ਮੇਰਾਮਤ ਕਰਕੇ ਸਾਹਿਬ ਸੇਵਾ ਲੈ ਰਹੇ ਨੇ, ਮੂੰਦ ਲਈਏ ਦਰਵਾਜ਼ੇ, ਜਿਨ੍ਹਾਂ ਨੇ ਫਿਰ ਦਰਵਾਜ਼ੇ ਮੂੰਦ ਲਏ ਵਿਕਾਰਾਂ ਵਾਲੇ ਪਾਸਿਓਂ, ਚੰਗੀ ਚੀਜ਼ ਆਈ ਅੰਦਰ ਤੇ ਅੰਦਰ ਟਿਕਾ ਲਈ, ਉਹਨਾਂ ਨੂੰ ਪ੍ਰਾਪਤੀ ਕੀ ਹੋਈ ਉਹਦਾ ਜ਼ਿਕਰ ਸਾਹਿਬ ਕਰਦੇ ਹਨ ਜੀ। ਬਾਜੀਅਲੇ ਅਨਹਦ ਬਾਜੇ, ਬਿਨਾਂ ਟਕਰਾਅ ਤੋਂ ਉਹਨਾਂ ਦੇ ਅੰਦਰ ਇੱਕ ਧੁਨ ਪੈਦਾ ਹੁੰਦੀ ਹੈ, ਬਾਜਾ ਵੱਜਦਾ। ਇੱਕ ਵਾਜਾ ਹੁੰਦਾ ਜਿਹੜਾ ਹਵਾ ਨਾਲ ਵੱਜਦਾ, ਆਪਣਾ ਵਾਜਾ ਵੀ ਹਵਾ ਨਾਲ ਵੱਜਦਾ। ਆਪਾਂ ਬਚਨ ਪੜ੍ਹਨੇ ਨਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਬਾਹਰ ਦਾ ਹਾਰਮੋਨੀਅਮ ਵਾਜਾ ਵੀ ਉਹਨੂੰ ਕਹਿੰਦੇ ਆਪਾਂ, ਉਹ ਵਾਜੇ ਦਾ ਅਰਥ ਹੀ ਹੁੰਦਾ ਹਵਾ ਨਾਲ ਵੱਜਣ ਵਾਲਾ। ਜਿੰਨੇ ਵੀ ਨਾਦ ਨੇ ਟਕਰਾਅ ਤੋਂ ਪੈਦਾ ਹੁੰਦੇ ਹੈ। ਇੱਕ ਅਨਹਦ ਸ਼ਬਦ ਹੈ ਜਿਹੜਾ ਨਾਦ ਭਾਵ ਟਕਰਾਅ ਤੋਂ ਨਹੀਂ, ਨਾਦ ਦਾ ਅਰਥ ਹੀ ਹੁੰਦਾ ਟਕਰਾਅ ਤੋਂ ਪੈਦਾ ਹੋਇਆ ਸ਼ਬਦ। ਅਨਨਾਦ ਅਨਹਦ ਜਿਹਦੋਂ ਸ਼ਬਦ ਬਣਿਆ ਬਿਨਾਂ ਟਕਰਾਅ ਤੋਂ। ਔਰ ਯਾਦ ਰੱਖਿਓ, ਖਿੱਚ ਧੂ ਕੇ ਅਰਥ ਨਾ ਕਰੀਏ ਵੀ ਬਾਹਰ ਦਾ ਰੌਲਾ ਜੀ ਇੱਦਾਂ ਨਹੀਂ, ਵਾਕਿਆ ਵੱਜਦਾ ਹੈ। ਹੁਣ ਉਧਰ ਜਾਣ ਦਾ ਟਾਈਮ ਨਹੀਂ। ਬੜੇ ਬੜੇ ਸਾਇੰਸ ਦੇ ਸਿਧਾਂਤ ਨੇ, ਜਦੋਂ ਤੁਸੀਂ ਪੜ੍ਹੋਗੇ ਨਾ ਕਦੇ ਜਾਂ ਸੁਣੋਗੇ ਸਿਆਣੇ ਗੁਰਮੁਖਾਂ ਨੂੰ, ਬ੍ਰਹਿਮੰਡ ਵਿੱਚ ਇੱਕ ਧੁਨ ਗੂੰਜਦੀ ਹੈ। ਉਹ ਧੁਨ ਹੈ ਜਿਹੜੀ, ਉਹਦੇ ਵਰਗੀ ਆਵਾਜ਼ ਹੀ ਨਾਮ ਵਿੱਚ ਹੁੰਦੀ ਹੈ। ਜਦੋਂ ਕੋਈ ਜੁੜ ਜਾਂਦਾ ਫਿਰ ਉਹਦੇ ਤੱਕ ਉਹ ਚਲਾ ਜਾਂਦਾ ਹੈ। ਜਿਹਨੂੰ ਕਿਹਾ ਨਾਮ ਕੇ ਧਾਰੇ ਆਗਾਸ ਪਾਤਾਲ, ਜਿਹਨੂੰ ਕਿਹਾ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹਦੇ ਆਸਰੇ ਖੜੇ ਨੇ। ਯਾਦ ਰੱਖਿਓ, ਛੋਟੀਆਂ ਜਿਹੀਆਂ ਆਪਾਂ ਇਮਾਰਤਾਂ ਠੱਲਦੇ ਹਾਂ ਤੇ ਥੰਮੀਆਂ ਦੀ ਲੋੜ ਹੈ ਨਾ, ਤੇ ਆ ਜਿਹੜੇ ਵੱਡੇ ਵੱਡੇ ਗ੍ਰਹਿ ਨੇ ਏਡੇ ਏਡੇ ਭਾਰੇ, ਜੇ ਮੈਂ ਜ਼ਿਕਰ ਕਰਾਂ ਤੇ ਟਾਈਮ ਨਹੀਂ ਸੁਣਿਓ, ਵੱਡੇ ਵੱਡੇ ਏਡੇ ਵੱਡੇ ਗ੍ਰਹਿ ਇੰਨੇ ਭਾਰੇ, ਉਹ ਕਾਹਦੇ ਆਸਰੇ ਖੜੇ ਨੇ? ਉਹ ਉਹਦੀ ਸ਼ਕਤੀ ਦੇ ਆਧਾਰ ਤੇ ਖੜੇ ਨੇ, ਉਹ ਨਾਮ ਦੀ ਮੈਗਨੇਟ ਦੇ ਬੇਸ ਤੇ ਖੜੇ ਨੇ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਉਹ ਧੁਨ ਹੈ ਜਿਹੜੀ ਉਹਦੇ ਅੰਦਰ ਵੱਜਦੀ ਹੈ, ਉਹ ਧੁਨ ਇੰਨੀ ਉੱਚੀ ਹੈ, ਇੰਨੀ ਰਸ ਵਾਲੀ ਹੈ, ਬਾਹਰ ਭਾਵੇਂ ਜੋ ਮਰਜ਼ੀ ਵੱਜਦਾ ਰਹੇ, ਉਹਨੇ ਦਰਵਾਜ਼ੇ ਬੰਦ ਕਰ ਲਏ। ਹੁਣ ਬਾਹਰੋਂ ਬੜੀ ਜ਼ਬਰਦਸਤ ਆਵਾਜ਼ ਹੋਵੇ ਤੇ ਆਪਾਂ ਦਰਵਾਜ਼ੇ ਬੰਦ ਕਰ ਲਈਏ ਤੇ ਅੰਦਰ ਜੋ ਮਰਜ਼ੀ ਸੁਣੀ ਜਾਈਏ ਨਾ। ਜਿਹਨੇ ਇਹ ਦਰਵਾਜ਼ੇ ਵਿਕਾਰਾਂ ਵਾਲੇ ਪਾਸਿਓਂ ਬੰਦ ਕਰ ਲਏ, ਉਹਦੇ ਅੰਦਰ ਗੁਰੂ ਸ਼ਬਦ ਦੀ ਧੁਨ ਵੱਜਦੀ ਹੈ। ਅਨਹਦ ਆਵਾਜ਼ ਜਿਹੜਾ ਵਾਜਾ ਵੱਜਦਾ, ਸਾਹਿਬ ਕਹਿੰਦੇ ਬਾਜੀ ਵਾਲੇ ਅਨਹਦ ਵਾਜੇ, ਉਹਦੇ ਅੰਦਰ ਉਹ ਧੁਨ ਜਿਹੜੀ ਸੁਣਦੀ ਹੈ, ਉਸ ਰਸ ਵਿੱਚ ਜਿਉਂਦਾ ਹੈ ਜੀ। ਕੁੰਭ ਕਮਲ ਜਲ ਭਰਿਆ, ਕੁੰਭ ਕਹੀਏ ਸਾਧ ਸੰਗਤ ਜੀ ਘੜਾ, ਉਹ ਬਰਤਨ ਜਿਹੜਾ ਵਿਕਾਰਾਂ ਦੇ ਨਾਲ ਇਹ ਮਨ ਰੂਪੀ ਘੜਾ ਸੀ, ਇਹ ਭਰਿਆ ਹੋਇਆ ਸੀ। ਜਲ ਮੇਟਿਆ ਉਬਾ ਕਰਿਆ, ਸੌਖੀ ਜੀ ਬੇਨਤੀ ਕਰਾਂ, ਸਾਹਿਬ ਕਹਿੰਦੇ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਲ ਮੇਟਿਆ ਉਬਾ ਕਰਿਆ। ਉਬੇ ਦਾ ਅਰਥ ਹੈ ਸਿੱਧਾ, ਤੇ ਸਿੱਧਾ ਤੇ ਉੱਚਾ ਦੋਵੇਂ ਅਰਥ ਵੀ ਬਣਦੇ ਨੇ। ਕਹਿੰਦੇ ਵਿਕਾਰਾਂ ਵਾਲਾ ਪਾਣੀ ਡੋਲਤਾ, ਕਿਹਨੇ ਢਲਾਤਾ? ਗੁਰਦਖਲਾਈ ਮੋਰੀ, ਗੁਰੂ ਨੇ ਕਿਹਾ ਡੋਲ ਦੇ। ਪਹਿਲੀ ਗੱਲ ਤਾਂ ਅਸੀਂ ਪਹਿਲਾਂ ਪਾਣੀ ਡੋਲਣ ਲਈ ਤਿਆਰ ਨਹੀਂ। ਇੱਕ ਸਿਆਣੇ ਸੱਜਣ ਨੇ ਸ਼ਬਦ ਕਿ ਮੈਨੂੰ ਬੜੇ ਪਿਆਰੇ ਲੱਗੇ, ਉਹ ਕਹਿੰਦਾ ਅਸੀਂ ਗੁਰੂ ਕੋਲੇ ਆਉਣੇ ਆ, ਮਨ ਰੂਪੀ ਕੁੰਭ ਲੈ ਆਉਣੇ ਆ, ਪਰ ਇੱਥੇ ਡੁੱਲਣ ਨਹੀਂ ਦਿੰਦੇ, ਉਹਨੂੰ ਹੱਥ ਲਾ ਕੇ ਰੋਕ ਲੈਨੇ। ਉਹ ਆਪਣੇ ਵਾਲਾ ਉੱਦਾਂ ਭਰੇ ਦਾ ਭਰਿਆ ਫਿਰ ਲੈ ਜਾਣ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਕੀਤਾ ਕਿ ਜਲ ਮੇਟਿਆ ਉਬਾ ਕਰਿਆ, ਉਹ ਪਾਣੀ ਡੋਲ ਦਿੱਤਾ। ਤੇ ਦੂਜੀ ਗੱਲ ਫਿਰ ਵਸਤੂ ਫਿਰ ਨਹੀਂ ਪਈ, ਕਿਉਂਕਿ ਭਾਂਡਾ ਸਾਫ਼ ਨਹੀਂ ਕੀਤਾ। ਪਹਿਲਾ ਪਾਣੀ ਗੰਦਗੀ ਡੋਲ ਕੇ, ਫਿਰ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੇ ਕੋ ਜਾਵੋ, ਫਿਰ ਉਹਨੂੰ ਸਾਫ਼ ਕਰੀਦਾ, ਫਿਰ ਉਹਦੇ 'ਚ ਗੁਰੂ ਅੰਮ੍ਰਿਤ ਪਾ ਦਿੰਦਾ ਹੈ, ਨਾਮ ਪਾ ਦਿੰਦਾ ਹੈ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ, ਪਾਸ ਜਦੋਂ ਦੂਜੀ ਪਰੇ ਕਰ ਦਿੱਤੀ ਜਾਂਦੀ। ਜਲ ਮੇਟਿਆ ਉਬਾ ਕਰਿਆ, ਹੁਣ ਉੱਚਾ ਕਰ ਲਿਆ ਭਾਂਡਾ। ਕਿੰਨਾ ਉੱਚਾ ਹੋ ਗਿਆ? ਹੁਣ ਵਿਕਾਰਾਂ ਦੀ ਉਹਦੇ ਤੱਕ ਪਹੁੰਚ ਨਹੀਂ ਰਹੀ, ਐਨ ਸਿੱਧਾ ਹੋ ਗਿਆ ਤੇ ਗੁਰੂ ਅੱਗੇ ਰੱਖਤਾ। ਇਤਿਹਾਸ ਕਹਿੰਦਾ ਹੈ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਬਣ ਕੇ ਬਾਬਾ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣ ਕੇ ਖਡੂਰ ਸਾਹਿਬ ਆਏ ਨਾ, ਹਿਸਟੋਰੀਕਲ ਪੁਆਇੰਟ ਹੈ। ਖਡੂਰ ਨਗਰ ਤੇ ਪਹਿਲਾਂ ਵੀ ਵਸਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਦਾਂ ਹੀ ਵਸਿਆ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਜਿੱਦੇ ਗੁਰੂ ਸਾਹਿਬ ਬਣ ਕੇ ਆ ਗਿਆ, ਅਸਲ ਵਿੱਚ ਉਦਾਂ ਹੀ ਵਸਿਆ। ਭਾਵ ਕੀ ਹੁੰਦਾ? ਅਸਲ ਵਿੱਚ ਭਾਵੇਂ ਸਰੀਰ ਨਗਰ ਹੋਵੇ, ਭਾਵੇਂ ਬਾਹਰ ਦੇ ਨਗਰ ਹੋਣ, ਇਹ ਉਦਾਂ ਹੀ ਵਸਦੇ ਆ ਜਿੱਦੇ ਇਹਨਾਂ 'ਚ ਗੁਰੂ ਸਾਹਿਬ ਟਿਕ ਜਾਂਦੇ, ਗੁਰੂ ਦਾ ਸ਼ਬਦ ਟਿਕ ਜਾਂਦਾ। ਖੈਰ ਕਹਿੰਦੇ ਜੋਗੀ ਆਏ ਸੀ, ਜੋਗੀਆਂ ਨੇ ਆ ਕੇ ਇੱਕ ਗੁਰੂ ਅੰਗਦ ਦੇਵ ਸਾਹਿਬ ਨੂੰ ਬਚਨ ਕਿਹਾ, ਕਹਿਣ ਲੱਗਿਆ ਜੀ ਵਿਚਾਰ ਨਹੀਂ ਕਰਨੀ ਕੋਈ, ਅੱਜ ਜਲ ਮੇਟਿਆ ਉਬਾ ਕਰਿਆ। ਕਹਿੰਦੇ ਅਸੀਂ ਇੱਕੋ ਗੱਲ ਪੁੱਛਣ ਆਏ ਆ, ਬੜੇ ਧਿਆਨ ਨਾਲ ਸੁਣਿਓ, ਇਤਿਹਾਸਕ ਪੁਆਇੰਟ ਹੈ। ਜੋਗੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਬਚਨ ਕਿਹਾ, ਕਹਿਣ ਲੱਗੇ ਸਤਿਗੁਰੂ, ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਤੇ ਗਏ, ਬਾਬੇ ਤਾਰੇ ਚਾਰ ਚੱਕ ਨਵਖੰਡ ਪ੍ਰਿਥਵੀ ਸੱਚਾ ਢੋਆ। ਜੋਗੀ ਕਹਿੰਦੇ ਕੋਈ ਐਸਾ ਥਾਂ ਨਹੀਂ ਜਿੱਥੇ ਗੁਰੂ ਨਾਨਕ ਝੁਕਿਆ ਹੋ,
ਇਹ ਸੱਚਾਈ ਇਤਿਹਾਸ ਦੀ, ਕੋਈ ਐਸਾ ਥਾਂ ਨਹੀਂ। ਪਰ ਕਹਿੰਦੇ ਇੱਕ ਗੱਲ ਬੜੀ ਕਮਾਲ ਦੀ ਹੈ ਗੁਰੂ ਅੰਗਦ ਦੇਵ ਸਾਹਿਬ ਜੀ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਨਹੀਂ ਝੁਕਾ ਸਕਿਆ, ਜਿਹਨੂੰ ਹਰਦੁਆਰ ਤੇ ਜਗਨਨਾਥਪੁਰੀ ਦੇ ਪੰਡਤ ਨਹੀਂ ਝੁਕਾ ਸਕੇ, ਜਿਹਨੂੰ ਮੱਕੇ ਮਦੀਨੇ ਤੇ ਬਗਦਾਦ ਦੇ ਹਾਜ਼ੀ ਕਾਜੀ ਮੌਲਵੀ ਨਹੀਂ ਝੁਕਾ ਸਕੇ, ਤੁਹਾਡੇ 'ਚ ਕਿਹੜੀ ਸ਼ਕਤੀ ਹੈ? ਜਿਹੜੇ ਗੁਰੂ ਨਾਨਕ ਨੂੰ ਦੁਨੀਆ ਨਹੀਂ ਝੁਕਾ ਸਕੀ, ਉਹ ਗੁਰੂ ਨਾਨਕ ਨੇ ਤੁਹਾਨੂੰ ਮੱਥਾ ਟੇਕਿਆ ਸੀ, ਵੇਖਿਆ, ਜਲ ਮੇਟਿਆ ਉਭਾ ਕਰਿਆ। ਤੇ ਗੁਰੂ ਅੰਗਦ ਦੇਵ ਸਾਹਿਬ ਕੌਣ ਨੇ? ਜਿਨ੍ਹਾਂ ਨੂੰ ਬਾਣੀ ਨੇ ਕਿਹਾ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਦੁਨੀਆ ਥੋੜ੍ਹੀ ਜਿਹੀ ਸ਼ਕਤੀ ਪਾ ਕੇ ਹੰਕਾਰ 'ਚ ਹੋ ਜਾਂਦੀ ਹੈ, ਪਰ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਗੁਰੂ ਨਾਨਕ ਨਹੀਂ ਝੁਕਿਆ। ਤੇ ਹੋਰ ਕੀ ਕੀਤਾ? ਮੱਥਾ ਟੇਕਿਆ। ਕਹਿਣ ਲੱਗੇ ਮੱਥਾ ਨਹੀਂ ਟੇਕਿਆ, ਜਿਹੜੀ ਦਾਤ ਗੁਰੂ ਨਾਨਕ ਸਾਹਿਬ ਕੋਲ ਸੀ ਉਹਨਾਂ ਨੇ ਕਿਰਪਾ ਕਰਕੇ ਮੇਰਾ ਹਿਰਦੇ ਦਾ ਭਾਂਡਾ ਸ਼ੁੱਧ ਕਰਤਾ। ਹਿਰਦੇ ਦਾ ਭਾਂਡਾ ਸ਼ੁੱਧ ਕਰਕੇ ਉਹ ਵਸਤੂ ਉਹਨਾਂ ਨੇ ਮੇਰੇ ਅੰਦਰ ਪਾ ਦਿੱਤੀ। ਇਹ ਭਾਂਡਾ ਇੰਨਾ ਉੱਚਾ ਕਰ ਦਿੱਤਾ, ਜਲ ਮੇਟਿਆ ਉਭਾ ਕਰਿਆ। ਹੁਣ ਇਹਦੇ ਵਿੱਚ ਕੋਈ ਵਕਾਰ ਨਹੀਂ ਆਉਂਦਾ, ਇਹ ਵਕਾਰਾਂ ਤੋਂ ਉੱਪਰ ਉੱਠ ਗਿਆ ਹੈ। ਕਹੋ ਕਬੀਰ ਜਨ ਜਾਣਿਆ। ਇੱਥੇ ਜਾਣਨ ਤੋਂ ਅਰਥ ਇਹ ਨਹੀਂ ਵੀ ਪੂਰਾ ਜਾਣਿਆ, ਜਾਣਨ ਤੋਂ ਅਰਥ ਹੈ ਪਛਾਣ ਹੋ ਗਈ। ਚਲੋ ਇਹ ਵੀ ਇੱਕ ਉਦਾਹਰਨ ਦਿਆਂ। ਜਿਵੇਂ ਕੋਈ ਵਿਚੋਲਾ ਹੋਵੇ ਜਿਹੜਾ ਲੜਕੇ ਲੜਕੀ ਦਾ ਰਿਸ਼ਤਾ ਕਰਾਉਂਦਾ, ਉਹ ਲੜਕੇ ਦੇ ਤੇ ਲੜਕੇ ਦੇ ਪਰਿਵਾਰ ਵਾਲਿਆਂ ਦੇ ਗੁਣ ਦੱਸਦਾ ਲੜਕੀ ਵਾਲਿਆਂ ਨੂੰ। ਉਹ ਗੁਣਾਂ ਨੂੰ ਸੁਣ ਕੇ ਲੜਕੀ ਵਾਲੇ ਲੜਕੇ ਦੇ ਪਰਿਵਾਰ ਨੂੰ ਮਿਲਣ ਜਾਂਦੇ ਨੇ, ਵੇਖਣ ਜਾਂਦੇ ਨੇ, ਇੱਦਾਂ ਕਹਿ ਲਓ। ਤੇ ਜਿੱਦਾਂ ਦਾ ਉਹਨਾਂ ਨੇ ਸੁਣਿਆ ਸੀ, ਜਦੋਂ ਉੱਦਾਂ ਦਾ ਵੇਂਦੇ ਆ, ਉਹ ਕਹਿੰਦੇ ਵਾਕਿਆ ਜਿਹੜੇ ਗੁਣ ਦੱਸੇ ਸੀ ਪਰਿਵਾਰ 'ਚ ਵੀ ਹੈ, ਲੜਕੇ 'ਚ ਵੀ ਹੈ। ਪਹਿਲਾਂ ਸੁਣਿਆ, ਫਿਰ ਸਾਧ ਸੰਗਤ ਜੀ ਮਿਲ ਲੈ। ਇੱਦਾਂ ਹੀ ਜਦੋਂ ਅਸੀਂ ਸੰਗਤ ਵਿੱਚ ਆਵਾਂਗੇ, ਸਤਿਗੁਰੂ ਜੀ ਸਾਨੂੰ ਪ੍ਰਮਾਤਮਾ ਦੇ ਗੁਣ ਦੱਸਦੇ ਨੇ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿਰਪਾ ਹੋ ਗਈ, ਕਹੋ ਕਬੀਰ ਜਨ ਜਾਣਿਆ। ਹੁਣ ਉਹ ਪ੍ਰਮਾਤਮਾ ਦੇ ਨਾਲ ਪਛਾਣ ਹੋਈ ਹੈ। ਜੋ ਜਾਣਿਆ ਤਉ ਮਨ ਮਾਨਿਆ। ਸਾਹਿਬ ਜੀ ਕਹਿੰਦੇ ਹੁਣ ਜਦੋਂ ਉਹਦੇ ਨਾਲ ਪਛਾਣ ਹੋ ਗਈ ਤੇ ਮਨ ਮੰਨ ਗਿਆ। ਤੇ ਬਾਬਾ ਕਬੀਰ ਸਾਹਿਬ ਨੇ ਵੀ ਕਿਹਾ ਵੀ ਮਨ ਮੰਨੈ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਧਰਮ ਦੀ ਦੁਨੀਆ 'ਚ ਬੇਨਤੀ ਹੈ, ਕਦੇ ਨਾ ਪ੍ਰਵਾਹ ਕਰਿਓ ਦੁਨੀਆ ਕੀ ਕਹਿੰਦੀ ਹੈ। ਗੁਰੂ ਸਾਹਿਬ ਜੋ ਕਹਿੰਦੇ ਉਹ ਬਚਨ ਤੇ ਪਹਿਰਾ ਦਿਓ। ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਕੋਈ ਤੁਹਾਨੂੰ ਭੰਡੇ, ਕੋਈ ਵਡਿਆਈ ਕਰੇ, ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ, ਗੁਣ ਨਾ ਗਵਾਵੈ ਵਾਲੀ ਅਵਸਥਾ ਬਣਾ ਕੇ ਰੱਖਣ ਦੀ ਲੋੜ ਹੈ। ਇੱਥੋਂ ਤੱਕ ਸ਼੍ਰੀ ਮੁਖਵਾਕ ਜੀ ਦੇ ਪਾਵਨ ਬੋਲ ਨੇ ਜਿਹੜੇ ਆਪਾਂ ਸੰਖੇਪ ਅੰਦਰ ਗੁਰੂ ਦੀ ਰਹਿਮ ਸਦਕਾ ਵਿਚਾਰੇ ਨੇ। ਚੱਲ ਰਹੇ ਲੜੀਵਾਰ ਪਾਵਨ ਸ਼ਬਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਰਾਮ ਕਲੀ ਮਹੱਲਾ ਪਹਿਲਾ। ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ। ਕਵਣ ਬੁਝੈ ਬਿਦ ਜਾਣੈ। ਗੁਰਮਤਿ ਵਿੱਚ, ਗੁਰਬਾਣੀ ਵਿੱਚ 4 ਅਵਸਥਾਵਾਂ ਨੇ। ਪੁਆਇੰਟ 2 ਵੀ ਬੇਨਤੀ ਕਰ ਸਕਾਂਗਾ ਆਪ ਜੀ ਨੂੰ। ਤੇ ਚੌਥੀ ਅਵਸਥਾ ਦਾ ਸ਼ਬਦ ਹੈ, ਕਿਉਂਕਿ ਪਹਿਲੀ ਅਵਸਥਾ ਵੀ ਹੈ, ਦੂਜੀ ਵੀ, ਤੀਜੀ ਵੀ, ਚੌਥੀ ਅਵਸਥਾ ਦਾ ਸ਼ਬਦ ਹੈ। ਪਹਿਲਾਂ ਬੇਨਤੀ ਕਰਦੇ ਹਾਂ, ਇਹ ਸ਼ਬਦੀ ਅਰਥਾਂ ਦਾ ਮੁਤਾਜ ਸ਼ਬਦ ਨਹੀਂ, ਇਹ ਅਨੁਭਵੀ ਅਰਥਾਂ ਦਾ ਮੁਤਾਜ ਹੈ। ਕਿਸੇ ਦੇ ਅੰਦਰ ਕਿੱਦਾਂ ਅਨੁਭਵ ਖੁੱਲ੍ਹਦੇ ਨੇ। ਤੇ ਪਾਵਨ ਸ਼ਬਦ ਰਾਮ ਕਲੀ ਰਾਗ ਅੰਦਰ, ਰਾਮ ਕਲੀ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਿਆ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਾਗਰ ਮੈਂ ਬੂੰਦ। ਸਮੁੰਦਰ ਕਦੇ ਬੂੰਦਾਂ ਬਿਨਾਂ ਨਹੀਂ ਹੁੰਦਾ, ਬੂੰਦ ਮੈਂ ਸਾਗਰ। ਤੇ ਬੂੰਦ ਕਦੇ ਸਾਗਰ ਬਿਨਾਂ ਨਹੀਂ ਹੁੰਦੀ। ਇੱਕ ਸਮੁੰਦਰ ਵਿੱਚੋਂ ਇੱਕ ਬੂੰਦ ਲੈ ਲਿਓ, ਜਿੰਨੇ ਵੀ ਪਾਣੀ ਵਿੱਚ ਸਮੁੰਦਰ 'ਚ ਗੁਣ ਨੇ ਉਹ ਸਾਰੇ ਬੂੰਦ ਵਿੱਚ ਹੋਣਗੇ। ਇਹਦੇ ਪਹਿਲੀ ਬੇਨਤੀ। ਦੂਜੀ ਗੱਲ ਯਾਦ ਰੱਖਿਓ, ਸੰਖੇਪ ਇੰਨੇ ਸ਼ਬਦ ਕਹਾਂਗੇ, ਇਹਨੂੰ ਪ੍ਰਵਾਨ ਕਰ ਲਿਓ। ਇੱਕ ਬਿੰਦ ਤੋਂ ਸਾਰਾ ਕੁਝ ਪੈਦਾ ਹੋਇਆ ਤੇ ਪ੍ਰਮਾਤਮਾ ਦੇ ਇੱਕ ਨਾਦ ਤੋਂ ਸਾਰਾ ਕੁਝ ਪੈਦਾ ਹੋਇਆ। ਇਸ ਲਈ ਪ੍ਰਮਾਤਮਾ ਇੰਨਾ ਸਮਰੱਥ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇੱਦਾਂ ਹੀ ਸਾਧ ਸੰਗਤ ਜੀ ਉਹ ਸਾਗਰ ਵਿੱਚ ਵੀ ਆਪ ਹੈ ਤੇ ਬੂੰਦ ਵਿੱਚ ਵੀ ਆਪ ਹੈ। ਪਰ ਸਾਹਿਬ ਕਹਿੰਦੇ ਕਵਣ ਬੁਝੈ ਵਿਦ ਜਾਣੈ। ਕੋਈ ਇਸ ਗੱਲ ਨੂੰ ਬੁੱਝ ਸਕਦਾ ਹੈ, ਇਸ ਵਿਧੀ ਨੂੰ ਜਾਣਦਾ ਹੈ ਜੀ। ਉਤ ਪੁਜ ਚਾਲਤ ਆਪ ਕਰ ਚੀਨੈ। ਆਪੇ ਤਤ ਪਛਾਣੈ। ਇੱਥੇ ਉਤ ਭੁਜ ਦੇ ਅਰਥ ਵਿਦਵਾਨਾਂ ਨੇ ਚਾਰੇ ਖਾਣੀਆਂ ਇਕੱਠੀਆਂ ਕਰ ਦਿੱਤੀਆਂ। ਵੈਸੇ ਉਤ ਭੁਜ ਦਾ ਅਰਥ ਹੁੰਦਾ, ਭੁਜ ਦਾ ਅਰਥ ਹੁੰਦਾ ਬਾਂਹ, ਉੱਤ ਦਾ ਅਰਥ ਹੁੰਦਾ ਉੱਪਰ ਨੂੰ। ਜਿਹੜੀ ਚੀਜ਼ ਧਰਤੀ 'ਚੋਂ ਉੱਪਰ ਨੂੰ ਉੱਗੇ ਉਹ ਸਾਰੀ ਉਤ ਭੁਜ ਖਾਣੀ ਵਿੱਚ ਆਉਂਦੀ ਹੈ। ਅੰਡੇ ਜੇਰਜ ਸੇਤ ਯਕੀਨੀ ਉਤ ਭੁਜ ਖਾਣ ਬਹੁਰ ਰਚਦੇ ਨੇ। ਤਿੰਨੇ ਖਾਣੀਆਂ ਬਣਾ ਕੇ ਪ੍ਰਮਾਤਮਾ ਨੇ, ਇਹ ਤਿੰਨੇ ਖਾਣੀਆਂ ਦੀ ਪ੍ਰੋਡਕਸ਼ਨ ਹੈ।
ਜਿਹਨੂੰ ਉਤਭੁਜ ਖਾਣੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ। ਹੁਣ ਸਾਹਿਬ ਕਹਿੰਦੇ ਚਾਰੇ ਖਾਣੀਆਂ ਉਹਨੇ ਆਪ ਰਚੀਆਂ, ਆਪੇ ਉਹਨਾਂ ਨੂੰ ਚੀਣਦਾ ਹੈ, ਆਪੇ ਤੱਤ ਪਛਾਣੇ ਤੇ ਆਪੇ ਉਹਦੇ ਤੱਤ ਨੂੰ ਪ੍ਰਮਾਤਮਾ ਹੀ ਜਾਣਦੇ ਹਨ ਜੀ। ਐਸਾ ਗਿਆਨ ਵਿਚਾਰੈ ਕੋਈ। ਸਮਾਂ ਬਿਲਕੁਲ ਸੀਮਤ ਹੈ। ਐਸਾ ਗਿਆਨ ਵਿਚਾਰ ਹੈ ਕੋਈ ਵਿਰਲਾ ਗੁਰਮੁਖ ਹੈ ਜਿਹਦੀ ਅਵਸਥਾ ਦਾ ਸਾਹਿਬ ਅੱਗੇ ਸ਼ਬਦ ਜ਼ਿਕਰ ਕਰਨਗੇ, ਜਿਹੜਾ ਇਸ ਗਿਆਨ ਨੂੰ ਸਮਝ ਸਕਦਾ ਹੈ। ਨਹੀਂ ਇੱਥੇ ਆ ਕੇ ਤਰਕਾਂ ਖੜੀਆਂ ਹੋ ਜਾਂਦੀਆਂ। ਅੱਜ ਬੰਦਾ ਕਹਿੰਦਾ ਐਂ ਕਿਵੇਂ ਹੋਇਆ, ਐਂ ਕਿਵੇਂ ਹੋਇਆ। ਇੱਕ ਬੇਨਤੀ ਤੁਹਾਨੂੰ ਕਰਦੇ ਆ, ਇੱਕ ਸਿਧਾਂਤ ਹੈ ਸਾਇੰਸ ਦਾ, ਉਹਨੂੰ ਟਾਇਲਟ ਕਹਿੰਦੇ ਨੇ। ਟਾਇਲਟ ਸਿਧਾਂਤ ਨੇ ਇਹ ਗੱਲ ਕਹੀ, ਨਿਬੂਲਾ, NEBULA, ਨਿਬੂਲਾ, ਜਿਹਨੂੰ ਨਿਹਾਰਕਾ ਵੀ ਕਹਿੰਦੇ ਨੇ। ਉਹਨੇ ਕਿਹਾ ਨਿਬੂਲੇ ਤੋਂ ਸਾਰਾ ਕੁਝ ਬਣਿਆ, ਭਾਵ ਨਿਬੂਲਾ ਇੱਕ ਗੈਸਾਂ ਦਾ ਗੋਲਾ ਬਣਿਆ, ਉਹ ਤੋਂ ਅੱਗੇ ਸੂਰਜ ਬਣਿਆ, ਸੂਰਜ ਤੋਂ ਟੁੱਟ ਕੇ ਦੂਜੇ ਗ੍ਰਹਿ ਬਣੇ, ਉਹ ਤੋਂ ਧਰਤੀ ਬਣੀ। ਇਹ ਤਾਂ ਸਾਇੰਸ ਨੇ ਦੱਸਤਾ, ਪਰ ਤਰਕ ਇਹ ਕਹਿੰਦੀ ਹੈ ਵੀ ਗੈਸ ਕਿੱਥੋਂ ਬਣੀ ਸੀ ਤੇ ਉਹਨੂੰ ਘੁੰਮਣ ਕਿਹਨੇ ਲਾਇਆ ਸੀ। ਦੱਸ ਸਕਦੀ ਸਾਇੰਸ? ਕੋਈ ਕੁਐਸਚਨ ਦਾ ਇਸ ਦਾ ਜਵਾਬ ਨਹੀਂ ਸਾਇੰਸ ਕੋਲ। ਤਰਕਾਂ ਤੇ ਸਾਇੰਸ ਤੇ ਵੀ ਕਰ ਸਕਦੇ। ਇਸ ਲਈ ਧਰਮ ਤੇ ਜ਼ਿਆਦਾ ਹੁੰਦੀਆਂ, ਕਿਉਂਕਿ ਧਰਮ ਹੈ ਹੀ ਰਹੱਸ ਦਾ ਵਿਸ਼ਾ। ਇਸ ਲਈ ਕੋਈ ਗੁਰਮੁਖ ਇਸ ਵਿਚਾਰ ਨੂੰ, ਗਿਆਨ ਨੂੰ ਜਾਣਦਾ ਹੈ। ਤਿਸ ਤੇ ਮੁਕਤ ਪਰਮਗਤ ਹੋਈ। ਮੁਕਤੀ ਹੁੰਦੀ ਹੈ ਵਿਚਾਰਾਂ ਵੱਲੋਂ। ਵੈਸੇ ਸਟੀਕ ਅਰਥਾਂ ਵਿੱਚ ਦੋਵੇਂ ਇਕੱਠੀਆਂ ਕਰ ਦਿੱਤੀਆਂ ਵਿਦਵਾਨਾਂ ਨੇ। ਮੁਕਤੀ ਹੁੰਦੀ ਹੈ ਵਿਕਾਰਾਂ ਵੱਲੋਂ, ਜਿਹਨੂੰ ਆਪਾਂ ਸਾਹਿਬ ਦੀ ਬਾਣੀ 'ਚ ਬਚਨ ਪੜ੍ਹਨੇ ਨਾ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਪਰਮਗਤ ਹੁੰਦੀ ਹੈ ਅਭੇਦਤਾ, ਮੁਕਤੀ ਹੁੰਦੀ ਵਿਕਾਰਾਂ ਤੋਂ। ਇਸ ਲਈ ਐਸਾ ਜਿਹੜਾ ਗਿਆਨ ਨੂੰ ਸਮਝਣ ਵਾਲਾ ਭਾਵ ਪ੍ਰਭੂ ਨਾਲ ਜਿਹੜਾ ਜੁੜਿਆ ਹੋਇਆ, ਉਹ ਜਿਉਂਦੇ ਆ ਮੁਕਤ ਹੋ ਜਾਂਦਾ ਹੈ, ਤੇ ਨਾਲ ਦੀ ਨਾਲ ਉਹ ਜਿਉਂਦੇ ਆ ਮੁਕਤ ਦੇ ਨਾਲ ਪਰਮ ਗਤੀ ਨੂੰ, ਅਭੇਦਤਾ ਨੂੰ ਪ੍ਰਾਪਤ ਕਰਦਾ ਹੈ। ਰਹਾਉ ਠਹਿਰਾਓ ਦੇ ਕੇ ਸਾਹਿਬ ਜੀ ਮਿਹਰਮਤ ਕਰਦੇ ਹਨ। ਦਿਨ ਮਹਿ ਰੈਣ ਮਹਿ ਦਿਨਿਆਰ, ਉਸਨ ਸੀਤ ਬਿਦ ਸੋਈ। ਹੁਣ ਸਮਾਂ ਇਤਨਾ ਦਿਨ ਮੈਂ ਰੈਣ, ਦਿਨ ਵਿੱਚ ਰਾਤ ਹੈ, ਯਾਦ ਰੱਖਿਓ। ਰੈਣ ਮੈਂ ਦਿਨੀਅਰ, ਦਿਨੀਅਰ ਦਾ ਅਰਥ ਹੈ ਸੂਰਜ, ਰਾਤ ਵਿੱਚ ਹੀ ਸੂਰਜ। ਕੀ ਰਾਤ ਨੂੰ ਸੂਰਜ ਨਹੀਂ ਹੁੰਦਾ? ਹੁੰਦਾ ਹੈ। ਇਹ ਤਾਂ ਰੱਬ ਨੇ ਖੇਡ ਬਣਾਈ। ਵੇਖੋ ਉਹ ਧਰਤੀ ਦੂਜੇ ਪਾਸੇ ਆ ਗਈ, ਉੱਥੇ ਰਾਤ ਹੋ ਗਈ। ਸੂਰਜ ਉਦੋਂ ਵੀ ਹੈ, ਰਾਤ ਵਿੱਚ ਵੀ ਸੂਰਜ ਹੈ ਤੇ ਦਿਨ ਵਿੱਚ ਵੀ ਰਾਤ ਹੈ। ਹੁਣ ਆਪਾਂ ਦਿਨ 'ਚ ਬੈਠੇ ਆ ਤੇ ਜਿੰਨਾ ਪੱਛਮੀ ਇਲਾਕਾ ਰਾਤ 'ਚ ਬੈਠਾ। ਇਸ ਲਈ ਉਹਦੀ ਇਹ ਖੇਡ, ਉਹਦੀ ਇਹ ਚਰਚਤਾ ਦਾ ਇਹ ਪਾਵਨ ਸ਼ਬਦ ਹੈ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ, ਉਸਨ ਕਹੀਏ ਗਰਮੀ, ਸੀਤ ਕਹੀਏ ਸਰਦੀ। ਇੱਦਾਂ ਹੀ ਸਾਧ ਸੰਗਤ ਜੀ, ਗਰਮੀ ਤੇ ਸਰਦੀ ਦੋਵੇਂ ਆਪਸ ਵਿੱਚ ਅਭੇਦ ਨੇ। ਇਹ ਪ੍ਰਮਾਤਮਾ ਦੀ ਵਿਧੀ ਹੈ ਜੀ। ਤਾਕੀ ਗਤ ਮਿਤ ਅਵਰ ਨਾ ਜਾਣੈ, ਗੁਰ ਬਿਨ ਸਮਝ ਨਾ ਹੋਈ। ਪਰਮਾਤਮਾ ਦੀ ਜਿਹੜੀ ਇਹ ਗਤ ਮਿਤ ਹੈ, ਕੀਮਤ ਹੈ, ਉਹ ਤੋਂ ਬਿਨਾਂ ਨਹੀਂ ਕੋਈ ਜਾਣਦਾ। ਜਾਣੂਗਾ ਉਹ ਜਿਹੜਾ ਉਹਦੇ ਨਾਲ ਜੁੜੇਗਾ, ਤੇ ਜਿਹੜਾ ਜੁੜ ਜਾਏਗਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਪਰ ਫਿਰ ਸਮਝ ਕਿਵੇਂ ਆਵੇ? ਸਮਝਣ ਦੀ ਵੀ ਤੇ ਲੋੜ ਹੈ ਨਾ। ਸਾਹਿਬ ਕਹਿੰਦੇ ਗੁਰ ਬਿਨ ਸਮਝ ਨਾ ਹੋਈ। ਇਸ ਗੱਲ ਦੀ, ਇਸ ਅਵਸਥਾ ਦੀ, ਇਸ ਅਭੇਦਤਾ ਦਾ ਗੁਰੂ ਤੋਂ ਬਿਨਾਂ, ਗੁਰੂ ਸ਼ਬਦ ਨਾਲ ਜੁੜੇ ਤੋਂ ਬਿਨਾਂ ਕਦੇ ਪਤਾ ਨਹੀਂ ਲੱਗਦਾ ਜੀ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ, ਬੂਝੋ ਬ੍ਰਹਮ ਗਿਆਨੀ। ਬੜੇ ਰਹੱਸਮਈ ਸ਼ਬਦ ਨੇ, ਯਾਦ ਰੱਖਿਓ। ਬੜੇ ਪਿਆਰ ਨਾਲ ਬੇਨਤੀ ਸੁਣਿਆ ਜੇ। ਕਦੇ ਵੀ ਜ਼ਿੰਦਗੀ ਵਿੱਚ ਇਹ ਨਹੀਂ ਸੋਚਣਾ ਫਲਾਣੇ 'ਚ ਆ ਕਮੀ, ਆ ਕਮੀ ਕਿਉਂ। ਪਰਮਾਤਮਾ ਤੋਂ ਬਿਨਾਂ ਸਾਰੇ ਅਧੂਰੇ ਆ। ਇਹਦਾ ਇਹ ਪੁਆਇੰਟ ਆਪ ਤੁਹਾਡੇ ਸਾਹਮਣੇ ਰੱਖਣ ਲੱਗਾ। ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ। ਹਰੇਕ ਪੁਰਖ ਵਿੱਚ ਨਾਰ ਹੈ ਤੇ ਹਰੇਕ ਨਾਰ ਵਿੱਚ ਪੁਰਖ ਹੈ। ਵੇਖੋ ਉਹਨੇ ਔਰਤ ਨੂੰ ਅਧਿਕਾਰ ਦਿੱਤਾ ਹੈ, ਉਦਰ ਦਿੱਤਾ ਹੈ, ਕੁੱਖ ਦਿੱਤੇ, ਤੇਰੇ ਤੋਂ ਸਾਰੇ ਪੈਦਾ ਹੋਣਗੇ। ਪਰ ਯਾਦ ਰੱਖਿਓ, ਗੁਸਤਾਖੀ ਮਾਫ, ਬਿੰਦ ਤੋਂ ਬਿਨਾਂ ਨਹੀਂ। ਪੁਰਸ਼ ਨੂੰ ਬਿੰਦ ਦਿੱਤਾ, ਪਰ ਯਾਦ ਰੱਖਿਓ ਉਹਨੂੰ ਉਹ ਮਾਟੀ, ਉਹਨੂੰ ਲਹੂ ਨਹੀਂ ਦਿੱਤਾ ਜਿਹਦੇ ਨਾਲ ਔਲਾਦ ਪੈਦਾ। ਦੋਵਾਂ ਦਾ ਸੁਮੇਲ ਹੈ। ਉਹਦੇ ਵਿੱਚ ਪੁਰਖ ਵਿੱਚ ਨਾਰ ਹੈ ਤੇ ਨਾਰ ਵਿੱਚ ਪੁਰਖ ਹੈ। ਵੇਖੋ ਫਿਰ ਯਾਦ ਰੱਖਿਓ, ਪੁਰਖ ਕਰਕੇ ਔਰਤ ਧੀ ਪੈਦਾ ਹੁੰਦੀ ਹੈ ਤੇ ਧੀ ਕਰਕੇ ਪੁੱਤਰ ਪੈਦਾ ਹੁੰਦਾ। ਇਹ ਤਾਂ ਗੁਰੂ ਸਾਹਿਬ ਨੇ ਅਗਲੀ ਗੱਲ, ਇਹਦੇ ਇੱਕ ਪੁਆਇੰਟ ਲਿਆ ਜੇ ਬੜਾ ਪਿਆਰਾ। ਜਿਹੜੇ ਬਚਨ ਬਾਣੀ 'ਚ ਕਹੇ ਨੇ, ਇਹਨਾਂ ਦਾ ਪ੍ਰੂਫ ਕਿੱਥੋਂ ਕਰੋਗੇ? ਜਿਹੜੇ ਬੰਦੇ ਅੱਜ ਕਹਿੰਦੇ ਨਾ ਇਤਿਹਾਸ 'ਚ ਆਹ ਗਲਤੀ, ਆਹ ਗਲਤੀ, ਇਹਨੂੰ ਵੈਰੀਫਾਈ ਕਿੱਥੋਂ ਕਰੋਗੇ? ਇਤਿਹਾਸ ਇਹਦਾ ਵੈਰੀਫਾਈ ਕਰਦਾ ਹੈ। ਗੁਰੂ ਸਾਹਿਬ ਨੇ ਇਤਿਹਾਸਕ ਘਟਨਾਵਾਂ ਵਰਤਾ ਕੇ ਵਿਖਾਈਆਂ। ਕਿੰਨੇ ਆਪਾਂ ਇਤਿਹਾਸ ਪੜ੍ਹਨੇ ਆ, ਇਹ ਮਾਲਕ ਵਰਤਾ ਸਕਦੇ ਨੇ, ਕਿਉਂਕਿ ਉਹਦੇ ਅੰਦਰ ਸਮਾਇਆ ਹੀ ਹੋਇਆ ਸਭ ਕੁਝ। ਇਸ ਲਈ ਸਾਹਿਬ ਕਹਿੰਦੇ ਬੁੱਝੋ ਬ੍ਰਹਮ ਗਿਆਨੀ। ਇੱਥੇ ਇਹ ਸੰਬੋਧਨ ਵੀ ਕੀਤਾ ਵੀ ਬੁੱਝੋ,
ਪਰ ਇਹ ਉੱਤਰ ਵੀ ਦਿੱਤਾ ਹੈ ਵੀ ਇਸ ਗੱਲ ਨੂੰ ਕੋਈ ਬ੍ਰਹਮ ਨਾਲ ਜੁੜਿਆ, ਪ੍ਰਭੂ ਨਾਲ ਜੁੜਿਆ, ਜਿਹਨੂੰ ਇਸ ਗੱਲ ਦੀ ਸਮਝ ਆ ਗਈ, ਇਸ ਗੱਲ ਤੋਂ ਗਿਆਨ ਹੀ ਵਾਨ ਹੋ ਗਿਆ, ਆਪਣੇ ਆਪ ਨੂੰ ਜਿਹਨੇ ਪਛਾਣਿਆ ਉਹ ਬੁੱਝਦਾ, ਉਹ ਜਾਣਦਾ ਹੈ ਜੀ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਸਿਮਰਨ ਦੀ ਅਭੇਦਤਾ ਦਾ ਪੁਆਇੰਟ ਗੁਰੂ ਸਾਹਿਬ ਨੇ ਦਿੱਤਾ। ਧੁਨ ਮੈਂ ਧਿਆਨ, ਜਦੋਂ ਵੀ ਜਪੋ ਨਾ ਜੀ ਵਾਹਿਗੁਰੂ ਵਾਹਿਗੁਰੂ ਜਾਂ ਬਾਣੀ ਪੜੋ, ਇਹਦੇ 'ਚੋਂ ਆਵਾਜ਼ ਜਿਹੜੀ ਪੈਦਾ ਹੁੰਦੀ ਨਾ ਧੁਨ, ਇਹਦੇ ਪਿੱਛੇ ਜਾਇਆ ਕਰੋ ਸੁਰਤ ਨੂੰ ਲੈ ਕੇ। ਸ਼ਬਦਾਂ ਨੂੰ ਵੀ ਭੁੱਲ ਜਾਓਗੇ ਇੱਕ ਦਿਨ। ਧੁਨ ਮੈਂ ਧਿਆਨ, ਜਦੋਂ ਧਿਆਨ ਧੁਨ ਵਿੱਚ ਚਲਾ ਗਿਆ, ਧਿਆਨ ਮੈਂ ਜਾਣੇ ਆ, ਉਦੋਂ ਦੀ ਪਛਾਣ ਹੋ ਜਾਏਗੀ। ਇਹ ਅੱਗੇ ਆਪੇ ਫੈਸਲਾ ਦੇਤਾ ਵੀ ਇਹ ਪੂਰੀ ਗੱਲ ਨਹੀਂ ਹੈ, ਗੁਰਮੁਖ ਅਕਥ ਕਹਾਣੀ। ਇਹ ਸਾਧ ਸੰਗਤ ਜੀ ਪ੍ਰਮਾਤਮਾ ਦੇ ਮਾਲਕ ਦੀ ਅਕਥ, ਕਥਨ ਤੋਂ ਪਾਰ ਦੀ ਕਹਾਣੀ ਹੈ ਜੀ। ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਮਨ ਵਿੱਚ ਪ੍ਰਮਾਤਮਾ ਮਈ ਜੋਤ ਹੈ ਤੇ ਜੋਤ ਵਿੱਚ ਮਨੁਆ ਟਿਕ ਜਾਂਦਾ। ਪੰਜ ਮਿਲੇ ਗੁਰ ਭਾਈ, ਜਿਹੜੇ ਪੰਜੇ ਵਿਕਾਰ ਨੇ ਇੱਕੋ ਥਾਂ ਤੇ ਕੇਂਦਰਿਤ ਹੋ ਜਾਂਦੇ ਨੇ। ਭਾਵ ਇੱਕੋ ਗੁਰੂ ਦੇ ਸ਼ਬਦ ਨਾਲ ਪੰਜੇ ਵਿਕਾਰ ਜੁੜ ਕੇ ਮਨ ਨੂੰ ਇੱਕ ਕਰਦੇ ਨੇ ਤੇ ਮਨ ਪ੍ਰਮਾਤਮਾ ਵਿੱਚ ਲੀਨ ਹੁੰਦਾ ਹੈ। ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਸਾਹਿਬ ਸ਼ਬਦ ਦੀ ਅੰਤਲੀ ਪੰਕਤੀ 'ਚ ਕਿਰਪਾ ਕਰਦੇ ਨੇ। ਸਾਹਿਬ ਕਹਿੰਦੇ ਨੇ ਉਹਨਾਂ ਦੇ ਸਦ ਬਲਿਹਾਰ ਜਾਣੇ, ਜਿਨ ਏਕ ਸ਼ਬਦ ਲਿਵ ਲਾਈ, ਜਿਨ੍ਹਾਂ ਨੇ ਇੱਕੋ ਸ਼ਬਦ ਨਾਲ ਧਿਆਨ ਜੋੜ ਲਿਆ। ਇੱਕ ਬੇਨਤੀ ਜ਼ਰੂਰ ਹੈ, ਵੈਸੇ ਆਪਾਂ ਉਚਾਰਨ ਕਾਫੀ ਐਸੇ ਸ਼ਬਦ ਨੇ, ਇਹਦਾ ਵੀ ਅਸੀਂ ਸ਼ਬਦ ਹੀ ਕਰਦੇ ਕਈ ਵਾਰ। ਵੇਖੋ ਮੈਂ ਇਹ ਨਹੀਂ ਕਹਿੰਦਾ ਵੀ ਸ਼ਬਦ, ਪਰ ਫਿਰ ਵੀ ਯਤਨ ਕਰੋ, ਭਾਵੇਂ ਇਹ ਦਵੱਲੇ ਅੱਖਰ ਨੇ, ਪਰ ਫਿਰ ਵੀ ਇਕੱਲੇ ਵਾਵੇ ਦੀ ਆਵਾਜ਼ ਨਾ ਰਹਿ ਜਾਏ, ਸ਼ਬਦ ਨਾ ਹੋ ਜਾਏ। ਸ਼ਬਦ ਜਿਨ੍ਹਾਂ ਨੇ ਉਸ ਸ਼ਬਦ ਨਾਲ ਜੁੜ ਗਏ, ਉਹਦੇ ਨਾਲ ਜਿਨ੍ਹਾਂ ਨੇ ਧਿਆਨ ਜੋੜ ਲਿਆ, ਉਹਨਾਂ ਦੇ ਪੰਜੇ ਵਿਕਾਰ ਵੀ ਮਾਲਕ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਖਤਮ ਹੋ ਗਏ। ਪੰਜ ਮਿਲੇ, ਉਹ ਪੰਜੇ ਮਿਲ ਗਏ ਕਿੱਥੇ? ਗੁਰੂ ਵਿੱਚ। ਗੁਰ ਭਾਈ, ਇੱਕੋ ਗੁਰੂ ਦੇ ਸਿੱਖ ਹੋ ਗਏ। ਭਾਵ ਉਹਨਾਂ ਤੋਂ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ, ਜਿਹੜੇ ਤਰਸ ਕਰਕੇ ਮੇਰ ਅਮਤ ਕਰਕੇ ਸੇਵਾ ਲੈਂਦੇ ਨੇ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ। ਸਿੰਘ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਆਪ ਰੱਬ ਵਰਗੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਦੱਸਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਗੁਰੂ ਦੇ ਜਾਣ ਕੇ ਹਿਰਦਿਆਂ ਤੇ ਵਸਾਉਣੇ। ਅੰਤਲੀਆਂ ਪੰਕਤੀਆਂ ਪੜ੍ਹ ਸਮਾਪਤੀ ਹੈ ਜੀ। ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।